उसने जिद्दां बाप का हुक्म सीगा उस तरह अपना जिहड़ा रिश्ता उसने प्रभु दे नाल रखिया और जगह जगह दे विच जाके वचन दसदा उस वेले लोग बलियां दिंदे हुंदे सी। सो गिबयोन दे विच बलि देण गया, उत्थे प्रभु दी हजूरी दे विच बैठा और प्रभु ने उसनूं कहा कि तू की मंगदा मेरे तो? उसने कहा मैनूं बुद्ध दे। प्रभु ने सोचा कि हुण कुछ होर भी मंगूगा, उसने होर कुछ नहीं मंगया। उसने कहा तेरे लोग अनंत, तेरे लोग इन्हां दी सांभ, इन्हां दी संभाल, इन्हां दी आत्मिक तौर ते जिम्मेवारी मेरी है, इन्हां दी सरीरक तौर ते जिम्मेवारी मेरी है और इन्हां नूं एक अच्छा राज प्रबंध देण दी जिम्मेवारी मेरी। और मैं तो हाले बालक हां, मेरे को तो कोई एक्सपीरियंस भी नहीं, सो मैं तेरियां लोकां नूं किद्दां संभालूंगा? मैनूं बुद्ध दे। सो प्रभु ने उसनूं बुद्ध देनी शुरू की। प्रभु ने उसनूं की दिता उसते जिसले उसने बुद्ध दिती। सो असीं अज कहावतां दे 4 चैप्टरां दे विच दी लंघांगे। अगले हफ्ते असीं मंदिर दे बनन तक चलांगे। इहदे विच उन्नी देर तक तुहाडा जिहड़े रिसोर्सिस आ तुहाडे आ जाणगे। जे तुसीं ऑर्डर कीते होणगे तां तुहानूं वो मिल जाणगे और फिर असीं जिहड़ा हैगा आ वीकेंड उस तो बाद 4 तरीक तक जिहड़ा हफ्ता आ ਉਹਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਸਲੀਬੀ ਦਿਨ ਅਸੀਂ ਉਹ ਸਾਰਾ ਹਫਤਾ ਉਹਦੇ ਵਿੱਚ ਗੁਜ਼ਾਰਾਂਗੇ ਔਰ ਅਸੀਂ ਈਸਟਰ ਤੋਂ ਬਾਅਦ ਫਿਰ ਆਪਣੀ ਬਾਈਬਲ ਸ਼ੁਰੂ ਤੋਂ ਸ਼ੁਰੂ ਕਰਾਂਗੇ ਔਰ ਉਹਦੇ ਵਿੱਚ ਅੱਗੇ ਵਧਾਂਗੇ। ਉਨੀ ਦੇਰ ਦੇ ਵਿੱਚ ਤੁਹਾਨੂੰ ਜਿਹੜੀਆਂ ਮੈਂ ਕਿਤਾਬਾਂ ਦੂਰ ਦੱਸੀਆਂ ਤੁਹਾਡੇ ਕੋਲ ਆ ਜਾਣਗੀਆਂ। ਵੀ ਵਿਲ ਬੀ ਰੈਡੀ ਐਂਡ ਸੋ ਅਸੀਂ ਪ੍ਰਭੂ ਦੇ ਵਿੱਚ ਫਿਰ ਬਣ ਕੇ ਅੱਗੇ ਵਧ ਸਕਾਂਗੇ। ਮੇਰੇ ਨਾਲ ਕਹਾਵਤਾਂ ਦੇ ਵਿੱਚ ਆ ਜਾਓ ਜੀ। ਔਰ ਆਪਾਂ 19 ਤੱਕ ਪੜ੍ਹ ਲਿਆ ਸੀਗਾ ਜੀ। ਹਾਂਜੀ 19 ਤੱਕ ਪੜ੍ਹ ਲਿਆ ਸੀ। 19 ਤੱਕ ਅਸੀਂ ਦੋ ਹਿੱਸੇ, ਦੋ ਚੀਜ਼ਾਂ ਜਿਹੜੀਆਂ ਮੇਨ ਦੇਖੀਆਂ ਸੀ ਕਿ ਪ੍ਰਭੂ ਨੇ ਦੱਸਿਆ ਕਿ ਬੁੱਧ ਦਾ ਮਤਲਬ ਕੀ ਹੈ। ਜਿਹੜੀ ਬੁੱਧ ਆ ਇਹ ਜਿਹੜੀ ਉੱਪਰੋਂ ਬੁੱਧ ਮਿਲਦੀ, ਪਵਿੱਤਰ ਬੁੱਧ ਮਿਲਦੀ ਆ, ਉਹ ਇਨਸਾਨ ਨੂੰ ਜਿਹੜਾ ਭਲਾ ਜਿਹੜਾ ਭੋਲਾ ਇਨਸਾਨ ਆ ਉਸਨੂੰ ਉਹ ਚਤਰ ਬਣਾ ਦਿੰਦੀ ਆ। ਜਿਹੜਾ ਬੁੱਧੀਮਾਨ ਆ ਉਸਦੀ ਬੁੱਧੀ ਨੂੰ ਉਹ ਵਧਾ ਦਿੰਦੀ ਆ। ਔਰ ਇਹ ਇਸ ਦੇ ਨਾਲ ਗੂੜੇ ਵਚਨਾਂ ਦਾ, ਪ੍ਰਭੂ ਦੇ ਵਚਨ ਦਾ ਔਰ ਉਸਦੇ ਰਹਿਮ ਦਾ ਸਾਨੂੰ ਹੋਰ ਗਿਆਨ ਹੁੰਦਾ। ਫਿਰ ਉਸ ਤੋਂ ਬਾਅਦ ਜਵਾਨਾਂ ਨੂੰ ਸਲਾਹ ਦਿੱਤੀ ਗਈ ਕਿ ਜਿੱਦਾਂ ਸਾਮ 1 ਦੇ ਵਿੱਚ ਜੋ ਕੁਛ ਉਸਨੇ ਸੁਲੇਮਾਨ ਦੇ ਬਾਪ ਨੂੰ, ਦਾਊਦ ਨੂੰ ਦੱਸਿਆ ਸੀ, ਅਸੀਂ ਉਹੀ ਚੀਜ਼ਾਂ ਦੇਖੀਆਂ ਕਿ ਸੁਲੇਮਾਨ ਨੂੰ ਸਾਮ 1 ਵਾਲੀ ਜਿਹੜੀ ਸਲਾਹ ਆ ਪ੍ਰਭੂ ਨੇ ਦਿੱਤੀ। ਅਗਰ ਤੁਸੀਂ ਉੱਥੇ ਨਹੀਂ ਲਿਖਿਆ ਸੋ ਤੁਸੀਂ ਜਿਹੜੀਆਂ 7 ਤੋਂ ਲੈ ਕੇ 19 ਤੱਕ ਜਿਹੜੀਆਂ ਆਇਤਾਂ ਦੈਟਸ ਬੇਸਿਕਲੀ ਸਾਮ 1 ਭਜਨ 1 ਹੈ। ਹੁਣ ਆਓ ਜੀ ਅਸੀਂ 20 ਤੋਂ ਲੈ ਕੇ ਇਸ ਚੈਪਟਰ ਨੂੰ ਖਤਮ ਕਰਾਂਗੇ। ਪੜ੍ਹਦੇ ਆ ਜੀ। ਮੈਂ ਹਾਂਜੀ ਸਾਰਿਆਂ ਨੂੰ ਜੈ ਮਸੀਹ ਦੀ। ਬੁੱਧੀ ਦੀ ਬੁਲਾਹਟ ਸਫਾ ਹੈਗਾ 970। ਸੁਣੋ ਬੁੱਧੀ ਗਲੀਆਂ ਤੇ ਬਾਜ਼ਾਰਾਂ ਵਿੱਚ ਉੱਚੀ ਉੱਚੀ ਬੁਲਾ ਰਹੀ ਹੈ। ਉਹ ਨਗਰ ਦੇ ਫਾਟਕ ਕੋਲ ਅਤੇ ਜਿੱਥੇ ਕਿਤੇ ਵੀ ਲੋਕ ਇਕੱਠੇ ਹੁੰਦੇ ਹਨ ਉਹ ਉਹਨਾਂ ਨੂੰ ਇਸ ਤਰ੍ਹਾਂ ਬੁਲਾਉਂਦੀ ਹੈ, ਮੂਰਖ ਲੋਕੋ, ਤੁਸੀਂ ਕਦੋਂ ਤੱਕ ਮੂਰਖ ਬਣੇ ਰਹੋਗੇ? ਤੁਸੀਂ ਕਦੋਂ ਤੱਕ ਬੁੱਧੀ ਨੂੰ ਤੁੱਛ ਜਾਣਦੇ ਰਹੋਗੇ? ਤੁਸੀਂ ਮੇਰੀ ਤਾੜਨਾ ਉੱਤੇ ਧਿਆਨ ਦੇਵੋ ਤਾਂ ਮੈਂ ਤੁਹਾਨੂੰ ਆਪਣੀ ਸਮਝ ਦਾ ਆਤਮਾ ਦੇਵਾਂਗੀ ਅਤੇ ਤੁਹਾਡੇ ਉੱਤੇ ਆਪਣੇ ਸ਼ਬਦਾਂ ਦਾ ਭੇਤ ਪ੍ਰਗਟ ਕਰਾਂਗੀ। ਮੈਂ ਤੁਹਾਨੂੰ ਬੁਲਾਇਆ ਅਤੇ ਤੁਹਾਨੂੰ ਸੱਦਾ ਦਿੱਤਾ ਪਰ ਤੁਸੀਂ ਮੇਰੀ ਨਾ ਸੁਣੀ ਅਤੇ ਨਾ ਹੀ ਮੇਰੀ ਕੋਈ ਪਰਵਾਹ ਕੀਤੀ। ਤੁਸੀਂ ਮੇਰੀ ਸਲਾਹ ਨਾ ਮੰਨੀ ਅਤੇ ਨਾ ਹੀ ਮੇਰੀ ਤਾੜਨਾ ਦੀ ਪਰਵਾਹ ਕੀਤੀ ਹੈ। ਇਸ ਲਈ ਮੈਂ ਵੀ ਤੁਹਾਡੇ ਦੁੱਖ ਸਮੇਂ ਤੁਹਾਡੇ ਉੱਤੇ ਹੱਸਾਂਗੀ ਅਤੇ ਜਦੋਂ ਤੁਹਾਡੇ ਉੱਤੇ ਵਿਪਤਾ ਪਵੇਗੀ ਤਾਂ ਮੈਂ ਤੁਹਾਨੂੰ ਠੱਠੇ ਕਰਾਂਗੀ। ਇਹ ਵਿਪਤਾ ਤੁਹਾਡੇ ਉੱਤੇ ਤੂਫਾਨ ਵਾਂਗ ਆਵੇਗੀ ਅਤੇ ਤੁਹਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਵੇਗਾ। ਤਦ ਤੁਸੀਂ ਪੀੜਾ ਤੇ ਦੁੱਖ ਨਾਲ ਭਰ ਜਾਵੋਗੇ। ਤਦ ਉਸ ਵੇਲੇ ਤੁਸੀਂ ਮੈਨੂੰ ਬੁਲਾਓਗੇ ਪਰ ਮੈਂ ਕੋਈ ਉੱਤਰ ਨਹੀਂ ਦੇਵਾਂਗੀ। ਤੁਸੀਂ ਮੈਨੂੰ ਲੱਭੋਗੇ ਪਰ ਮੈਂ ਤੁਹਾਨੂੰ ਨਹੀਂ ਮਿਲਾਂਗੀ ਕਿਉਂਕਿ ਤੁਸੀਂ ਕਦੀ ਵੀ ਬੁੱਧੀ ਦੀ ਪਰਵਾਹ ਨਾ ਕੀਤੀ ਅਤੇ ਪ੍ਰਭੂ ਦਾ ਡਰ ਨਹੀਂ ਮੰਨਿਆ ਹੈ। ਤੁਸੀਂ ਕਦੀ ਵੀ ਮੇਰੀ ਸਲਾਹ ਨਾ ਮੰਨੀ ਅਤੇ ਮੇਰੀ ਤਾੜਨਾ ਦੀ ਪਰਵਾਹ ਨਾ ਕੀਤੀ। ਤਦ ਤੁਸੀਂ ਆਪਣੇ ਕੀਤੇ ਦਾ ਬਦਲਾ ਪਾਓਗੇ ਅਤੇ ਆਪਣੀਆਂ ਹੀ ਚਾਲਾਂ ਵਿੱਚ ਫਸ ਜਾਓਗੇ।
ਅਨੁਭਵ ਰਹਿਤ ਲੋਕ ਮਾਰੇ ਗਏ, ਕਿਉਂਕਿ ਉਹਨਾਂ ਬੁੱਧੀ ਨੂੰ ਸਵੀਕਾਰ ਨਾ ਕੀਤਾ, ਅਤੇ ਮੂਰਖ ਇਸ ਲਈ ਨਾਸ਼ ਹੋ ਗਏ ਕਿਉਂਕਿ ਉਹਨਾਂ ਬੁੱਧੀ ਦੀ ਕੋਈ ਪਰਵਾਹ ਨਾ ਕੀਤੀ। ਪਰ ਜੋ ਮਨੁੱਖ ਮੇਰੀ ਸੁਣੇਗਾ ਉਹ ਸੁਰੱਖਿਅਤ ਰਹੇਗਾ, ਉਹ ਪੂਰੇ ਆਰਾਮ ਨਾਲ ਰਹੇਗਾ ਅਤੇ ਉਸ ਨੂੰ ਬਿਪਤਾ ਡਰਾ ਨਾ ਸਕੇਗੀ। ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ ਪੜੇ ਸੁਣੇ ਜਾਣ ਤੇ। ਹੁਣ ਤੁਸੀਂ ਇਸ ਪ੍ਰਭੂ ਦੇ ਵਚਨ ਦੇ ਵਿੱਚ ਦੇਖੋ, ਤੇ ਅਗਰ ਅਸੀਂ ਪਿੱਛੇ ਵਚਨਾਂ ਦੇ ਵਿੱਚ ਧਿਆਨ ਦਿੰਨੇ ਆ ਤੇ ਕਿੱਦਾਂ ਅਗਰ ਸਾਊਲ ਦੀ ਜ਼ਿੰਦਗੀ ਦੇ ਵਿੱਚ ਦੇਖੀਏ, ਉਸਨੂੰ ਕਿੰਨੀ ਵਾਰੀ ਸੈਮੂਅਲ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਕੋਈ ਪਰਵਾਹ ਨਹੀਂ ਕੀਤੀ। ਉਸਨੇ ਕੋਈ ਪਰਵਾਹ ਨਹੀਂ ਕੀਤੀ। ਉਸਨੂੰ ਸਿਰਫ ਇਹੋ ਹੀ ਸੀ, ਮੇਰੇ ਲੋਕ, ਬਸ ਮੇਰੇ ਲੋਕ ਜਿਹੜੇ ਆ ਮੇਰੇ ਲੋਕਾਂ ਤੋਂ ਵੀ ਸਾਰੀ ਉਮਰ ਡਰਦਾ ਹੈ। ਔਰ ਅੰਤ ਲੋਕਾਂ ਨੇ ਕੀ ਕੀਤਾ? ਕੱਖ ਨਹੀਂ ਉਸਨੂੰ ਦਿੱਤਾ। ਲੇਕਿਨ ਦਾਊਦ ਦੇ ਕੋਲ ਬੁੱਧ ਸੀ, ਉਸਨੇ ਲੋਕਾਂ ਦੀ ਕੋਈ ਪਰਵਾਹ ਨਹੀਂ ਕੀਤੀ। ਉਸਨੇ ਲੋਕਾਂ ਦੀ ਕੋਈ ਪਰਵਾਹ ਨਹੀਂ ਕੀਤੀ ਕਿ ਕੋਈ ਕੀ ਕਹੇਗਾ ਕੀ ਨਹੀਂ ਕਹੇਗਾ। ਉਸਨੇ ਪ੍ਰਭੂ ਦੀ ਬੁੱਧ ਦੀ ਪਰਵਾਹ ਕੀਤੀ। ਈਵਨ ਦੋ ਇੱਕ ਬਹੁਤ ਵੱਡੇ ਪਾਪ ਦੇ ਵਿੱਚ ਉਹ ਡਿੱਗ ਪਿਆ ਸੀ, ਉੱਥੇ ਵੀ ਉਸਨੇ ਪ੍ਰਭੂ ਦੀ ਦਿੱਤੀ ਹੋਈ ਬੁੱਧ ਤੋਂ ਕੰਮ ਲਿਆ। ਉਸਨੇ ਲੋਕਾਂ ਦੀ ਸਲਾਹ ਦਾ ਕੰਮ ਨਹੀਂ ਲਿਆ, ਪ੍ਰਭੂ ਦੀ ਬੁੱਧ ਦਾ ਕੰਮ ਲਿਆ। ਜਿਸ ਵੇਲੇ ਜਨਗਣਨਾ ਦੇ ਸਮੇਂ ਪ੍ਰਭੂ ਨੇ ਉਸਨੂੰ ਸਜ਼ਾ ਕੱਲੀ ਕਿ ਜਾਂ ਤਾਂ 3 ਮਹੀਨੇ ਤੇਰੇ ਪਿੱਛੇ ਅਬਸ਼ਲੋਮ ਨੂੰ ਕੋਈ ਦੌੜੇਗਾ, ਜਾਂ 3 ਸਾਲਾਂ ਦਾ ਕਾਲ, ਤੇ ਜਾਂ ਫਿਰ 3 ਦਿਨ ਜਿਹੜਾ ਪ੍ਰਭੂ ਦਾ ਸਵਰਗਦੂਤ ਤੇਰੇ ਤੇ ਇੱਕ ਮਹਾਮਾਰੀ ਲੈ ਕੇ ਆਏਗਾ। ਉਸਨੇ ਆਪਣੀ ਸਮਝ ਦੇ ਨਾਲ ਕੁਛ ਨਹੀਂ ਚੁਣਿਆ, ਉਸਨੇ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਔਰ ਬੁੱਧ ਤੋਂ ਉਸਨੇ ਕੰਮ ਲਿਆ। ਉਸਨੇ ਕਿਹਾ, ਜੇ ਤੂੰ ਆਪਣੇ ਹੱਥਾਂ ਨਾਲ ਸਜ਼ਾ ਦੇਏਗਾ ਤੇ ਤੇਰੀ ਸਜ਼ਾ ਦੇ ਵਿੱਚ ਦਇਆ ਹੋਏਗੀ। ਜੇ ਮੈਂ ਆਪਣੇ ਲਈ ਆਪ ਸਜ਼ਾ ਚੁਣੂੰਗਾ ਤਾਂ ਮੇਰੇ ਕੋਲ ਦਇਆ ਨਹੀਂ ਹੋਏਗੀ, ਮੈਂ ਉਸਨੂੰ ਰੋਕ ਨਹੀਂ ਸਕੂੰਗਾ, ਪਰ ਤੂੰ ਆਪਣਾ ਹੱਥ ਰੋਕ ਲਏਗਾ, ਮੈਨੂੰ ਪਤਾ ਉਹ ਹੈ ਬੁੱਧ। ਸੋ ਇਹ ਚੀਜ਼ ਆ ਕਿ ਬੁੱਧ ਬਾਹਰ ਆਵਾਜ਼ ਦੇ ਰਹੀ ਆ, ਹਰ ਇੱਕ ਨੂੰ ਦੇ ਰਹੀ। ਸੁਣਨਾ ਜਾਂ ਨਾ ਸੁਣਨਾ ਸਾਡਾ ਕੰਮ। ਸੋ ਪ੍ਰਭੂ ਉਸਨੂੰ ਸੁਲੇਮਾਨ ਦੇ ਅਗਰ ਦੇਖੀਏ ਤਾਂ ਉਸਨੂੰ ਇਹ ਚੀਜ਼ ਸਿਖਾ ਰਿਹਾ ਕਿ ਦੇਖ, ਜਿਸ ਵੇਲੇ ਵੀ ਤੂੰ ਕੋਈ ਵੀ ਕੰਮ ਕਰਨਾ ਤਾਂ ਤੈਨੂੰ ਆਵਾਜ਼ ਜ਼ਰੂਰ ਸੁਣਾਈ ਦੇ। ਅਗਰ ਤੂੰ ਉਸਦੇ ਅਨੁਸਾਰ ਚੱਲੇਗਾ ਤੇ ਬਰਕਤ ਪਾਏਗਾ, ਜੇ ਨਹੀਂ, ਜੇ ਆਪਣੀ ਮੰਨੇਗਾ ਤੇ ਜ਼ਿੰਮੇਵਾਰ ਤੂੰ ਆਪ ਹੋਵੇਗਾ। ਬੇਸਿਕਲੀ ਪ੍ਰਭੂ ਦਾ ਵਚਨ ਇੱਥੇ ਇਹ ਕਹਿ ਰਿਹਾ। ਸੋ ਆਓ ਹੁਣ ਅਸੀਂ ਦੂਸਰਾ ਭਾਵ ਇਸ ਨੂੰ ਸਾਰੇ ਦਾ ਸਾਰਾ ਦੇਖਾਂ। ਜਿਸ ਨੂੰ ਮੈਂ ਪੜ੍ਹਦਿਆਂ ਬਸ ਜੀ। ਹਾਂਜੀ, ਬੁੱਧੀ ਦੇ ਲਾਭ। ਮੇਰੇ ਪੁੱਤਰ, ਮੇਰੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਅਤੇ ਉਹਨਾਂ ਨੂੰ ਹਮੇਸ਼ਾ ਆਪਣੇ ਮਨ ਵਿੱਚ ਰੱਖ। ਤੂੰ ਬੁੱਧੀ ਤੇ ਧਿਆਨ ਕਰ ਅਤੇ ਸਮਝਣ ਦੀ ਕੋਸ਼ਿਸ਼ ਕਰ। ਤੂੰ ਬੁੱਧੀ ਨੂੰ ਪੁਕਾਰ ਅਤੇ ਸਮਝ ਲਈ ਤਰਲਾ ਕਰ। ਤੂੰ ਇਸ ਦੀ ਪ੍ਰਾਪਤੀ ਲਈ ਉਸੇ ਤਰ੍ਹਾਂ ਕੋਸ਼ਿਸ਼ ਕਰ ਜਿਸ ਤਰ੍ਹਾਂ ਛੁਪੇ ਖਜ਼ਾਨੇ ਦੀ ਖੋਜ ਕੀਤੀ ਜਾਂਦੀ ਹੈ। ਜੇਕਰ ਤੂੰ ਇਹ ਕਰੇਗਾ ਤਾਂ ਤੂੰ ਪਰਮੇਸ਼ਰ ਦਾ ਡਰ ਰੱਖਣ ਦਾ ਅਰਥ ਸਮਝੇਗਾ ਅਤੇ ਤੂੰ ਪਰਮੇਸ਼ਰ ਦੇ ਬਾਰੇ ਗਿਆਨ ਪ੍ਰਾਪਤ ਕਰੇਗਾ। ਬੁੱਧੀ ਦਾ ਦਾਨ ਪ੍ਰਭੂ ਤੋਂ ਮਿਲਦਾ ਹੈ ਅਤੇ ਗਿਆਨ ਵੀ ਤੇ ਸਮਝ ਵੀ ਦਿੰਦਾ ਹੈ। ਉਹ ਭਲਿਆਂ ਤੇ ਇਮਾਨਦਾਰਾਂ ਦੀ ਮਦਦ ਅਤੇ ਸੁਰੱਖਿਆ ਕਰਦਾ ਹੈ। ਉਹ ਨਿਆਂ ਅਤੇ ਆਪਣੇ ਵਿਸ਼ਵਾਸੀਆਂ ਦੀ ਰੱਖਿਆ ਕਰਦਾ ਹੈ। ਜੇਕਰ ਤੂੰ ਮੇਰੇ ਪਿੱਛੇ ਚੱਲੇਗਾ ਤਾਂ ਧਰਮ, ਨਿਆਂ ਤੇ ਸੱਚਾਈ ਬਾਰੇ ਜਾਣੇਗਾ ਅਤੇ ਇਹ ਵੀ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ। ਤਦ ਤੂੰ ਬੁੱਧੀਮਾਨ ਹੋਵੇਗਾ ਅਤੇ ਆਪਣੇ ਗਿਆਨ ਤੋਂ ਆਨੰਦ ਪ੍ਰਾਪਤ ਕਰੇਗਾ। ਤੇਰਾ ਭਲੇ ਬੁਰੇ ਦਾ ਗਿਆਨ ਤੇ ਤੇਰੇ ਭਲੇ ਬੁਰੇ ਦੇ ਗਿਆਨ ਤੇ ਸਮਝ ਤੇਰੀ ਰਾਖੀ ਕਰਨਗੇ। ਉਹ ਤੇਰੇ ਬੁਰੇ ਰਾਹਾਂ ਉੱਤੇ ਨਾ ਚੱਲਣ ਵਿੱਚ ਵੀ ਰੱਖਿਆ ਕਰਨਗੇ। ਉਹ ਤੈਨੂੰ ਬੁਰੇ ਰਾਹਾਂ ਤੇ ਪਾਉਣ ਵਾਲੇ ਇਹੋ ਜਿਹੇ ਮਨੁੱਖਾਂ ਤੋਂ ਵੀ ਬਚਾਉਣਗੇ। ਉਹ ਮਨੁੱਖ ਭਲੇ ਰਾਹਾਂ ਨੂੰ ਛੱਡ ਕੇ ਹਨੇਰੇ ਦੇ ਰਾਹਾਂ ਉੱਤੇ ਚੱਲਦੇ ਹਨ, ਜਿਨ੍ਹਾਂ ਨੂੰ ਜੋ ਬੁਰਾਈ ਕਰਨ ਤੋਂ ਆਨੰਦ ਮਿਲਦਾ ਹੈ ਅਤੇ ਜੋ ਬੁਰੇ ਕੰਮ ਕਰਨਾ ਆਪਣਾ ਸ਼ੌਕ ਸਮਝਦੇ ਹਨ, ਅਤੇ ਇਹੋ ਜਿਹੇ ਮਨੁੱਖ ਵਿਸ਼ਵਾਸ ਦੇ ਯੋਗ ਨਹੀਂ ਹੁੰਦੇ। ਤੂੰ ਆਚਰਣਹੀਣ ਔਰਤ ਤੋਂ ਬਚ ਸਕੇਗਾ ਜੋ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ, ਜਿਸਨੇ ਆਪਣੇ ਪਤੀ ਨੂੰ ਛੱਡ ਦਿੱਤਾ ਹੈ
ਅਤੇ ਜੋ ਪਰਮੇਸ਼ਰ ਅੱਗੇ ਵਿਆਹ ਸਮੇਂ ਦੀ ਕੀਤੀ ਪ੍ਰਤਿਗਿਆ ਨੂੰ ਵੀ ਭੁੱਲ ਚੁੱਕੀ ਹੈ। ਜੇਕਰ ਤੂੰ ਉਸਦੇ ਘਰ ਜਾਵੇਂਗਾ ਤਾਂ ਤੂੰ ਮੌਤ ਨੂੰ ਆਪਣੇ ਗਲ ਲਾਵੇਂਗਾ। ਉਸਦੇ ਘਰ ਦਾ ਰਾਹ ਨਰਕ ਵਿੱਚ ਜਾਂਦਾ ਹੈ। ਜੋ ਮਨੁੱਖ ਇੱਕ ਵਾਰ ਇਹੋ ਜਿਹੀ ਔਰਤ ਦੇ ਘਰ ਚਲਾ ਜਾਂਦਾ ਹੈ, ਉਹ ਫਿਰ ਕਦੀ ਜੀਵਨ ਦੇ ਰਾਹ ਉੱਤੇ ਨਹੀਂ ਚੱਲ ਸਕਦਾ ਹੈ। ਇਸ ਲਈ ਤੂੰ ਭਲੇ ਮਨੁੱਖ ਦੇ ਰਾਹ ਉੱਤੇ ਚੱਲ ਅਤੇ ਨੇਕ ਮਨੁੱਖ ਦੀ ਉਦਾਹਰਨ ਲੈ। ਸੱਚਾ ਤੇ ਖਰਾ ਮਨੁੱਖ ਇਸ ਧਰਤੀ ਉੱਤੇ ਰਹਿ ਸਕੇਗਾ, ਪਰ ਦੁਸ਼ਟ ਮਨੁੱਖ ਸੁੱਕੇ ਰੁੱਖ ਦੀ ਤਰ੍ਹਾਂ ਕੱਟ ਦਿੱਤਾ ਜਾਵੇਗਾ ਤੇ ਛਲ ਕਰਨ ਵਾਲਾ ਕੱਚੇ ਪੌਦੇ ਦੀ ਤਰ੍ਹਾਂ ਪੁੱਟ ਦਿੱਤਾ ਜਾਵੇਗਾ। ਆਮੀਨ। ਸੋ ਅਗੇਨ ਅਗਰ ਅਸੀਂ ਦੇਖੀਏ, ਅਗਰ ਅਸੀਂ ਇਹਨਾਂ ਦੋ ਚੈਪਟਰਾਂ ਨੂੰ ਵੀ ਦੇਖ ਲਈਏ ਤਾਂ ਹਾਲੇ ਵੀ ਸਾਮ 1 ਜਿਹੜਾ ਪਹਿਲਾ ਜ਼ਰੂਰ ਆ ਉਹਦੀ ਗੱਲ ਹੀ ਚੱਲਦੀ ਪਈ ਹੈ, ਜੋ ਦਾਊਦ ਨੂੰ ਦੱਸਿਆ ਕਿ ਇਹ ਜਿਹੜਾ ਭਲਾ ਮਨੁੱਖ ਆ ਉਹ ਜੀਵਨ ਦੇ ਚਸ਼ਮੇ ਦੇ ਲਾਗੇ ਲੱਗੇ ਇੱਕ ਪੌਦੇ ਦੀ ਤਰ੍ਹਾਂ ਜੋ ਆਪਣੇ ਸਮੇਂ ਸਿਰ ਫਲ ਦਿੰਦਾ। ਲੇਕਿਨ ਇੱਥੇ ਦੇਖੋ ਉਸਨੇ ਦੱਸਿਆ ਜਿਹੜੇ ਉਸਦੇ ਉੱਤੇ ਸਮੇਂ ਆ ਰਹੇ ਆ, ਆਉਣੇ ਆ। ਬਹੁਤੇ ਲੋਕ ਇਹ ਕਹਿ ਦਿੰਦੇ ਕਿ ਜੀ ਸੋਲੋਮਨ ਜਿਸਲੇ ਪਾਪ ਦੇ ਵਿੱਚ ਡਿੱਗਿਆ, ਪ੍ਰਭੂ ਨੇ ਉਸਨੂੰ ਹਟਾਇਆ ਕਿਉਂ? ਬਈ ਪ੍ਰਭੂ ਨੇ ਜਿਸਲੇ ਉਸਨੂੰ ਬੁੱਧ ਦਿੱਤੀ ਸੀ, ਉਸਨੇ ਸ਼ੁਰੂ ਦੇ ਵਿੱਚ ਹੀ ਉਸਨੂੰ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਸੀ। ਉਹ ਗਿਬਿਓਨ ਤੋਂ ਸਾਰੀਆਂ ਉਹ ਚੀਜ਼ਾਂ ਪ੍ਰਾਪਤ ਕਰਕੇ ਘਰ ਆਇਆ ਸੀ। ਉਸਨੇ ਸਮਝ ਦੇ ਲਈ, ਬੁੱਧੀ ਦੇ ਲਈ ਦੁਆ ਕੀਤੀ ਸੀ, ਪ੍ਰਭੂ ਨੇ ਉਸਨੂੰ ਭਰ ਦਿੱਤਾ ਸੀ ਆਪਣੀ ਬੁੱਧ ਦੇ ਨਾਲ। ਔਰ ਉਸਨੇ ਬਾਪ ਜਿੱਦਾਂ ਦੇਖੋ ਬਾਰ-ਬਾਰ ਉਹ ਕਹਿ ਰਿਹਾ, ਮੇਰੇ ਬੇਟੇ ਸੁਣ, ਮੇਰੇ ਬੇਟੇ ਸੁਣ ਜੋ ਮੈਂ ਤੈਨੂੰ ਕਹਿ ਰਿਹਾ। ਜੇ ਤੂੰ ਬੁੱਧੀ ਦੀ ਗੱਲ ਨੂੰ ਮੰਨੇਗਾ, ਜੇ ਤੂੰ ਬੁੱਧ ਦੇ ਪਿੱਛੇ ਤੂੰ ਤਰਲਾ ਕਰੇਗਾ ਔਰ ਮੰਗੇਗਾ। ਦੇਖੋ ਪ੍ਰਭੂ ਦਾ ਸ਼ੁਕਰ ਆ, ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਿਖਾਉਣ ਵਾਲੇ ਆਏ ਮੈਂ ਉਹਨਾਂ ਸਾਰਿਆਂ ਦਾ ਆਪਣੇ ਦਿਲ ਤੋਂ ਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਿਖਾਇਆ। ਲੇਕਿਨ ਮੇਰੀ ਇੱਕ ਚੀਜ਼ ਹਮੇਸ਼ਾ ਪ੍ਰਭੂ ਦੇ ਨਾਲ, ਇੱਕ ਜਿੱਦ ਵਰਗੀ ਚੀਜ਼ ਹਮੇਸ਼ਾ ਹੁੰਦੀ ਰਹੀ ਹੈ ਕਿ ਪ੍ਰਭੂ ਮੈਂ ਇਸ ਪੁਸਤਕ ਤੋਂ ਇਸ ਚੀਜ਼ ਦੇ ਬਾਰੇ ਜਾਂ ਇਸ ਚੈਪਟਰ ਦੇ ਬਾਰੇ ਮੈਂ ਆ ਸਿੱਖਿਆ। ਆਹ ਜਿਹੜੇ ਡਾਕਟਰ ਸਪਰਜਨ ਵਰਗੇ ਆ, ਜਿਹੜੇ ਪੁਰਾਣੇ ਬਜ਼ੁਰਗ ਆ, ਉਹਨਾਂ ਤੋਂ ਮੈਂ ਆ ਸਿੱਖਿਆ। ਆਪਣੇ ਪਾਸਵਾਨ ਤੋਂ ਮੈਂ ਆ ਸਿੱਖਿਆ। ਇਹ ਤਾਂ ਇਹਨਾਂ ਦੀਆਂ ਚੀਜ਼ਾਂ। ਤੂੰ ਮੇਰੇ ਲਈ ਕੀ ਰੱਖੇ? ਤੂੰ ਮੇਰੇ ਲਈ ਕੀ ਰੱਖਿਆ? ਇੱਕ ਉਹ ਬਾਪ ਵਾਲਾ ਰਿਸ਼ਤਾ। ਮੇਰੇ ਬਾਪ ਨੇ ਕੀ ਰੱਖਿਆ ਮੇਰੇ ਲਈ? ਇੱਕ ਜਿੱਦ ਹੁੰਦੀ ਸੀ ਪਰਮੇਸ਼ਰ ਦੇ ਨਾਲ, ਔਰ ਹਾਲੇ ਵੀ ਹੈ। ਔਰ ਪ੍ਰਭੂ ਰੌਲਾ ਨਹੀਂ ਪਾਉਂਦਾ। ਉਹ ਇੱਕ ਜਾਂ ਦੋ ਚੀਜ਼ਾਂ ਮਸੀਂ, ਇੱਕ ਜਾਂ ਦੋ ਲਾਈਨਾਂ ਸਾਰੀਆਂ ਉਹਦੇ ਵਚਨ ਦੀਆਂ ਹੁੰਦੀਆਂ, ਜਿਹੜੀਆਂ ਦਿਲ ਨੂੰ ਛੂ ਜਾਂਦੀਆਂ, ਜਿਹੜੀਆਂ ਐਨ ਆਰ ਪਾਰ ਹੋ ਜਾਂਦੀਆਂ, ਮਨ ਸ਼ਾਂਤ ਹੋ ਜਾਂਦਾ। ਸੋ ਇਹ ਕਹਿ ਰਿਹਾ, ਉਹ ਕਹਿੰਦਾ ਤਰਲਾ ਕਰ ਉਹਦੇ ਕੋਲ ਬੈਠ ਕੇ, ਉਹਨੂੰ ਕਹਿ ਕਿ ਪ੍ਰਭੂ ਤੂੰ ਕੀ ਰੱਖਿਆ ਹੈ? ਅਸੀਂ ਸੁਣੀਆਂ ਸੁਣਾਈਆਂ ਚੀਜ਼ਾਂ ਦੇ ਵਿੱਚ ਬਹੁਤ ਫਸੇ ਹੋਣਾ। ਉਹ ਤਾਂ ਬਾਸਾ ਖਾਣਾ ਆ। ਜੇ ਤੁਸੀਂ ਹਰਿੰਦਰ ਸੋਤੇ ਦੀਆਂ ਗੱਲਾਂ ਸੁਣ ਲਈਆਂ ਔਰ ਕਹਤਾ ਇੰਨਾ ਹੀ ਕਾਫੀ ਆ, ਉਹ ਤਾਂ ਕੱਲ ਨੂੰ ਬਿਹਾ ਹੋ ਜਾਣਾ ਖਾਣਾ। ਤਾਜ਼ਗੀ ਕਿੱਥੋਂ ਆਏਗੀ? ਇਸ ਕਰਕੇ ਉਹ ਕਹਿ ਰਿਹਾ, ਤੂੰ ਤਰਲਾ ਕਰ, ਤੂੰ ਆ, ਤੂੰ ਮੰਗ। ਪਿਆਰੇ ਬਾਪ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤੂੰ ਮੈਨੂੰ ਕੀ ਦਿਖਾਉਣਾ ਪਿਆ? ਮੇਰੇ ਲਈ ਕੀ ਆ? ਕਹਿੰਦਾ ਫਿਰ ਮੈਂ ਤੈਨੂੰ ਐਸੀ ਬੁੱਧ ਦਊਂਗਾ ਜਿਹੜੀ ਤੇਰੀ ਰਾਖੀ ਹੋਏਗੀ, ਜਿਹੜੀ ਤੈਨੂੰ ਤੇਰੇ ਕਦਮਾਂ ਨੂੰ ਬਚਾਏਗੀ, ਜਿਹੜੀ ਤੈਨੂੰ ਬੁਰਾਈ ਵੱਲ ਲੈ ਕੇ ਜਾਣ ਤੋਂ ਬਚਾਏਗੀ। ਆਚਰਣਹੀਨਤਾ ਇੱਕ ਐਸੀ ਚੀਜ਼ ਹੈ ਜਿਸ ਵੇਲੇ ਇੱਕ ਵਾਰੀ ਅਸੀਂ ਉਹ ਲਾਈਨ ਟੱਪ ਗਏ, ਫਿਰ ਵਾਪਸ ਮੁੜਨਾ ਬਹੁਤ ਮੁਸ਼ਕਲ ਹੈ। ਇਟਸ ਅ ਵਨ ਵੇ ਰੋਡ। ਇਟਸ ਅ ਵਨ ਵੇ ਰੋਡ। ਇਹ ਪ੍ਰਭੂ ਬਸ ਕਿਰਪਾ ਕਰੇ, ਉਹਦੇ ਅੱਗੇ ਹਮੇਸ਼ਾ ਦੁਆ ਕਰਦੇ ਰਹੋ ਤੇ ਪਿਆਰੇ ਪ੍ਰਭੂ ਮੇਰੀਆਂ ਅੱਖਾਂ ਦੀ ਰਾਖੀ ਕਰ, ਮੇਰੀ ਸੋਚ ਦੀ ਰਾਖੀ ਕਰ,
ਮੇਰੇ ਤੇ ਕਿਰਪਾ ਕਰਕੇ ਮੈਂ ਅਗਰ ਉਦਾਂ ਦੀ ਕੋਈ ਬੁਰੀ ਸੋਚ ਆ ਵੀ ਜਾਂਦੀ ਹੈ ਤਾਂ ਉਸੇ ਵੇਲੇ ਪ੍ਰਭੂ ਦੇ ਚਰਨਾਂ 'ਚ ਰੱਖ ਦਿਓ। ਯਾਦ ਰੱਖੋ, ਪੈਰ ਉਹਨੇ ਇਸ ਕਰਕੇ ਧੋਤੇ ਸੀ, ਉਸਨੇ ਕਿਹਾ ਸੀ, ਪਤਰਸ ਨੇ ਕਿਹਾ ਸੀ ਕਿ ਮੇਰੇ ਹੱਥ ਵੀ ਧੋ ਦੇ, ਮੇਰੇ ਸਿਰ ਵੀ ਧੋ ਦੇ। ਉਸਨੇ ਕਿਹਾ ਨਹੀਂ, ਪੈਰਾਂ ਦਾ ਧੋਣਾ ਜ਼ਰੂਰੀ। ਕਿਉਂ? ਕਿਉਂਕਿ ਇਸ ਪਾਪੀ ਦੁਨੀਆ 'ਚ ਪੈਰ ਜਾਂਦੇ ਔਰ ਉਹ ਹਰ ਰੋਜ਼ ਧੋਣ ਦੇ ਲਈ ਤਿਆਰ, ਬਾਰ-ਬਾਰ ਧੋਣ ਦੇ ਲਈ ਤਿਆਰ। ਏਦਾਂ ਦਾ ਪ੍ਰਭੂ ਕਿੱਥੋਂ ਮਿਲਣਾ ਸਰ? ਕੌਣ ਹੈ ਏਦਾਂ ਦਾ? ਸਾਡਾ ਪ੍ਰਭੂ ਏਦਾਂ ਦੇ ਕੰਮ ਕਰਦਾ। ਸੋ ਕਹਿੰਦਾ ਮੇਰੇ ਕੋਲ ਆ, ਮੈਂ ਤੈਨੂੰ ਦੱਸੂਗਾ, ਮੇਰੇ ਕੋਲ ਆ, ਮੈਂ ਤੈਨੂੰ ਤਾਕਤ ਦਊਂਗਾ, ਮੈਂ ਤੈਨੂੰ ਬੁੱਧ ਦਊਂਗਾ, ਮੈਂ ਤੈਨੂੰ ਰਸਤਾ ਦਿਖਾਊਂਗਾ। ਜਿਸ ਰਸਤੇ ਤੇ ਤੈਨੂੰ ਚੱਲਣਾ ਚਾਹੀਦਾ, ਮੈਂ ਤੈਨੂੰ ਉਹ ਰਸਤਾ ਦਿਖਾਊਂਗਾ। ਮੈਂ ਤੈਨੂੰ ਦਿਖਾਊਂਗਾ ਕਿ ਕਿੱਦਾਂ ਤੂੰ ਜਿਸ ਵੇਲੇ ਈਵਨ ਉਹਨਾਂ ਲੋਕਾਂ ਦੇ ਵਿੱਚ ਵੀ ਬੈਠਾ ਜਿਨ੍ਹਾਂ ਨੇ ਚੋਇਸ ਗਲਤ ਕੀਤੀ ਹੋਆ, ਤੂੰ ਉਹਨਾਂ ਵਿੱਚੋਂ ਵੀ ਕਿੱਦਾਂ ਨਿਕਲ ਕੇ ਇੱਕ ਪਾਸੇ ਨੂੰ ਚਲਾ ਜਾਏਗਾ ਕਿ ਤੇਰੇ ਕੱਪੜੇ ਨੂੰ ਵੀ ਗੰਦਗੀ ਨਾ ਲੱਗੇ। ਮੈਂ ਤੈਨੂੰ ਦੱਸੂਗਾ। ਇਹ ਸਾਰੀਆਂ ਚੀਜ਼ਾਂ ਉਸਨੇ, ਜਿਸ ਲਈ ਉਸਨੇ ਬੁੱਧ ਦੇ ਲਈ ਪ੍ਰਾਰਥਨਾ ਕੀਤੀ ਆ, ਤੇ ਇਹ ਸਾਰੀਆਂ ਚੀਜ਼ਾਂ ਉਸਨੇ ਦੇਣੀਆਂ ਸ਼ੁਰੂ ਕੀਤੀਆਂ ਉਸਨੂੰ। ਆਓ ਤੀਸਰੇ ਚੈਪਟਰ ਦੇ ਵਿੱਚ ਚੱਲੀਏ। ਤੀਸਰੇ ਚੈਪਟਰ ਦੇ ਵਿੱਚ ਅਸੀਂ ਇਸ ਦੀਆਂ ਪਹਿਲੀਆਂ 10 ਆਇਤਾਂ ਪੜਾਂਗੇ, ਫਿਰ 11 ਤੋਂ ਲੈ ਕੇ ਅਸੀਂ ਅੱਗੇ ਦੇਖਾਂਗੇ। 10 ਆਇਤਾਂ ਪਹਿਲਾਂ ਇਸ ਦੀਆਂ ਦੇਖੀਏ। ਮੈਂ ਪੜ੍ਹਨਾ ਪਾਸਟਰ ਜੀ। ਜਵਾਨਾਂ ਲਈ ਸਲਾਹ। ਇਸ ਨੂੰ ਤੁਸੀਂ ਪੜ੍ਹਨਾ 3 ਹਿੱਸਿਆਂ ਦੇ ਵਿੱਚ। ਪਹਿਲਾਂ 1 ਤੋਂ 10, ਫਿਰ 11 ਤੋਂ 20, ਫਿਰ 21 ਤੋਂ 34 ਤੱਕ। ਠੀਕ ਹੈ। ਜਵਾਨਾਂ ਲਈ ਸਲਾਹ। ਮੇਰੇ ਪੁੱਤਰ, ਤੂੰ ਮੇਰੀਆਂ ਸਿੱਖਿਆਵਾਂ ਨੂੰ ਨਾ ਭੁੱਲਣਾ ਅਤੇ ਮੇਰੀਆਂ ਆਗਿਆਵਾਂ ਦੀ ਪਾਲਣਾ ਕਰਨਾ। ਜੇਕਰ ਤੂੰ ਇਹਨਾਂ ਅਨੁਸਾਰ ਚੱਲੇਗਾ ਤਾਂ ਤੂੰ ਲੰਮੀ ਉਮਰ ਭੋਗੇਗਾ ਅਤੇ ਬਹੁਤਾਤ ਵਿੱਚ ਅਸੀਸ ਪ੍ਰਾਪਤ ਕਰੇਗਾ। ਵਫਾਦਾਰੀ ਤੇ ਵਿਸ਼ਵਾਸਯੋਗਤਾ ਨੂੰ ਆਪਣੇ ਜੀਵਨ ਦਾ ਪੂਰਨ ਅੰਗ ਬਣਾ। ਤੂੰ ਇਹਨਾਂ ਨੂੰ ਆਪਣੇ ਗਲੇ ਦਾ ਹਾਰ ਬਣਾ ਅਤੇ ਇਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ। ਇਹ ਕਰਨ ਤੇ ਪਰਮੇਸ਼ਵਰ ਤੇ ਮਨੁੱਖ ਤੇਰੇ ਤੋਂ ਖੁਸ਼ ਹੋਣਗੇ। ਤੂੰ ਪ੍ਰਭੂ ਉੱਤੇ ਵਿਸ਼ਵਾਸ ਰੱਖ ਅਤੇ ਆਪਣੀ ਸਮਝ ਉੱਤੇ ਭਰੋਸਾ ਨਾ ਰੱਖ। ਯਾਦ ਰੱਖ ਕਿ ਉਹ ਤੇਰੇ ਹਰ ਕੰਮ ਵਿੱਚ ਤੇਰੇ ਨਾਲ ਹੈ ਅਤੇ ਉਹ ਤੇਰੇ ਹਰ ਕੰਮ ਨੂੰ ਸਫਲ ਕਰੇਗਾ। ਤੂੰ ਆਪਣੇ ਆਪ ਨੂੰ ਆਪ ਸਮਝਦਾਰ ਨਾ ਸਮਝ। ਤੂੰ ਕੇਵਲ ਪ੍ਰਭੂ ਦਾ ਡਰ ਰੱਖ ਅਤੇ ਬੁਰਾਈ ਕਰਨ ਤੋਂ ਆਪਣੇ ਆਪ ਨੂੰ ਰੋਕੇ ਰੱਖ। ਜੇਕਰ ਤੂੰ ਇਸ ਤਰ੍ਹਾਂ ਕਰੇਗਾ ਤਾਂ ਇਹ ਤੇਰੇ ਲਈ ਇੱਕ ਚੰਗੀ ਦਵਾਈ ਸਿੱਧ ਹੋਵੇਗਾ, ਜਿਸ ਨਾਲ ਜ਼ਖਮ ਤੁਰੰਤ ਚੰਗੇ ਹੋ ਜਾਂਦੇ ਹਨ ਅਤੇ ਪੀੜ ਖਤਮ ਹੋ ਜਾਂਦੀ ਹੈ। ਤੂੰ ਪ੍ਰਭੂ ਦੀ ਉਪਾਸਨਾ ਆਪਣੀ ਫਸਲ ਦੇ ਸਭ ਤੋਂ ਚੰਗੇ ਫਲ ਦੀ ਭੇਂਟ ਦੇ ਕੇ ਕਰ। ਇਸ ਤਰ੍ਹਾਂ ਕਰਨ ਨਾਲ ਤੇਰੇ ਭੰਡਾਰ ਦਾਣਿਆਂ ਨਾਲ ਭਰੇ ਰਹਿਣਗੇ ਅਤੇ ਤੇਰੇ ਹੋਰ ਵੀ ਦਾਖਸਰ ਨਾਲ ਮੂੰਹੋਂ ਮੂੰਹ ਭਰੇ ਰਹਿਣਗੇ। ਆਮੀਨ। ਦੇਖੋ, ਇੱਥੇ 3 ਚੀਜ਼ਾਂ ਪ੍ਰਭੂ ਨੇ ਉਸਨੂੰ ਕਹੀਆਂ। ਪਹਿਲੀਆਂ 10 ਆਇਤਾਂ ਦੇ ਵਿੱਚ 3 ਚੀਜ਼ਾਂ ਪ੍ਰਭੂ ਨੇ ਉਸਨੂੰ ਕਹੀਆਂ। ਨੰਬਰ 1, ਵਫਾਦਾਰੀ ਤੇ ਵਿਸ਼ਵਾਸਯੋਗਤਾ। ਇਹ 2 ਚੀਜ਼ਾਂ ਬਹੁਤ ਜ਼ਰੂਰੀ ਹੈ। ਆਤਮਕ ਰੈਲਮ ਦੇ ਵਿੱਚ ਵੀ, ਪ੍ਰਭੂ ਦੇ ਨਾਲ ਵੀ, ਆਪਣੇ ਜੀਵਨ ਸਾਥੀ ਦੇ ਨਾਲ ਵੀ, ਆਪਣੇ ਬੱਚਿਆਂ ਦੇ ਨਾਲ ਵੀ, ਰਿਸ਼ਤੇ ਨਾਤਿਆਂ ਦੇ ਨਾਲ ਵੀ, ਔਰ ਉਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਰੈਲਮ ਆਉਂਦਾ, ਜਿਹਦੇ ਵਿੱਚ ਸਾਡੀ ਬਾਹਰਲੀ ਦੁਨੀਆ ਦੀ ਗੱਲ। ਕਿਉਂਕਿ we live in boundaries। ਜਿਹੜੀ ਮੇਰੀ ਪਹਿਲੀ ਬਾਉਂਡਰੀ ਆ, I look all these things in circles। ਜਿਹੜਾ ਪਹਿਲਾ ਸਰਕਲ ਆ, ਉਸ ਦੇ ਵਿੱਚ ਮੈਂ, ਮੇਰੀ ਵਾਈਫ ਔਰ ਮੇਰਾ ਪ੍ਰਭੂ। Nobody else। ਉਸ ਦੇ ਵਿੱਚ ਕਿਸੇ ਦੀ ਕੋਈ ਜਗ੍ਹਾ ਨਹੀਂ। ਉਹਦੇ ਵਿੱਚ ਮੇਰੇ ਬੱਚਿਆਂ ਦੀ ਕੋਈ ਜਗ੍ਹਾ ਨਹੀਂ, ਉਹਦੇ ਵਿੱਚ ਮੇਰੇ ਰਿਸ਼ਤੇ ਨਾਤਿਆਂ ਦੀ ਕੋਈ ਜਗ੍ਹਾ ਨਹੀਂ। ਦੂਸਰੇ ਸਰਕਲ ਦੇ ਵਿੱਚ ਮੇਰੇ ਬੱਚੇ ਹੁੰਦੇ ਆ। ਤੀਸਰੇ ਸਰਕਲ ਦੇ ਵਿੱਚ ਮੇਰੇ ਸਾਰੇ ਜਿਹੜੇ ਘਰ ਦੇ ਬਾਕੀ ਦੇ ਮੈਂਬਰ, ਮੇਰੇ ਭੈਣ ਭਰਾ, ਮੇਰੇ ਬਜ਼ੁਰਗ ਜਿਹੜੇ ਜੋ ਵੀ ਹੈ ਉਹ ਹੁੰਦੇ। ਔਰ ਉਸ ਤੋਂ ਬੜਾ ਬਾਹਰਲਾ ਸਰਕਲ ਬਾਕੀ ਦੀ ਦੁਨੀਆ ਦੇ ਹੁੰਦੇ।
ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਵਿਸ਼ਵਾਸ ਯੋਗਤਾ ਔਰ ਇਸ ਦੇ ਨਾਲ ਵਫਾਦਾਰੀ ਆ, ਇਹ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ। ਇਹ ਇੱਕ ਐਸੀ ਚੀਜ਼ ਆ ਜਿਹੜੀ ਹਮੇਸ਼ਾ ਬਰਕਤ ਦਿੰਦੀ ਹੈ। ਪ੍ਰਭੂ ਦੇ ਨਾਲ ਵੀ ਆਪਣੀ ਵਫਾਦਾਰੀ, ਉਸਨੇ 2 ਚੀਜ਼ਾਂ ਕਹੀਆਂ। ਸਾਨੂੰ ਹਮੇਸ਼ਾ ਇਸ ਚੀਜ਼ ਦਾ ਫਿਕਰ ਰਹਿੰਦਾ ਜੀ ਕਿੱਥੋਂ ਆਊਗਾ, ਕਿੱਥੇ ਖਾਣਾ, ਕੀ ਰਿਟਾਇਰਮੈਂਟ ਹੋਊਗੀ। ਤਾਂ ਉਸਨੇ ਸਿੰਪਲ ਚੀਜ਼ ਇੱਥੇ ਇੱਕ ਹੋਰ ਦੱਸੀ ਆ ਕਿ ਜਿਹੜਾ ਮੇਰੇ ਨਾਲ ਤੇਰਾ ਰਿਸ਼ਤਾ ਉਸ ਨੂੰ ਹਮੇਸ਼ਾ ਸਹੀ ਰੱਖੇ। ਔਰ ਉਸਨੇ ਕਿਹਾ ਕਿ ਪ੍ਰਭੂ ਦੀ ਉਪਾਸਨਾ ਆਪਣੀ ਫਸਲ ਦੇ ਦਾਣਿਆਂ ਦੇ ਨਾਲ ਆਪਣੀ ਫਸਲ ਦੇ ਸਭ ਤੋਂ ਚੰਗੇ ਫਲ ਦੀ ਭੇਂਟ ਦੇ ਨਾਲ। ਔਰ ਬਾਕੀ ਦਾ ਜਿਹੜਾ ਸਾਡਾ ਧਨ ਆ, ਸਾਡਾ ਪੈਸਾ ਆ, ਪ੍ਰਭੂ ਉਹਦੇ ਵਿੱਚ ਇੰਨੀ ਬਰਕਤ ਲਿਆ ਦਿੰਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਹੋ ਕੀ ਰਿਹਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਜਿੱਥੇ ਸਾਡਾ ਪੈਸਾ ਵੇਸਟ ਹੋਣਾ ਹੁੰਦਾ, ਪ੍ਰਭੂ ਉੱਥੋਂ ਰਸਤੇ ਰੋਕ ਦਿੰਦਾ। ਇਹ ਔਖਾ ਆ, ਇਹ ਕਦਮ ਔਖਾ ਆ, ਲੇਕਿਨ ਕੁਛ ਇੱਕ ਸਾਡੀ ਇਨਕਮ ਦਾ ਹਿੱਸਾ ਆ ਜਿਹੜਾ ਸਾਡੇ ਲਈ ਨਹੀਂ ਹੁੰਦਾ, ਉਹ ਪ੍ਰਭੂ ਦੇ ਲਈ ਹੁੰਦਾ। ਇਹ ਪ੍ਰਭੂ ਨੇ ਆਪਣੀ ਬੁੱਧ ਦੇ ਵਿੱਚ ਸੋਲੋਮਨ ਨੂੰ ਚੀਜ਼ ਇਹ ਦੱਸੀ ਆ। ਸਮਥਿੰਗ ਜਿੱਥੇ ਪ੍ਰਭੂ ਦਾ ਕੰਮ ਹੋ ਰਿਹਾ, ਪ੍ਰਭੂ ਦੇ ਕੰਮ ਨੂੰ ਅੱਗੇ ਵਧਾਉਣ ਦੇ ਲਈ, ਪ੍ਰਭੂ ਦੇ ਕੰਮ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਉਸਨੇ ਕਿਹਾ ਕਿ ਇਹ ਤੇਰੇ ਮੇਰੇ ਵਿੱਚ ਵਿਸ਼ਵਾਸ ਯੋਗਤਾ ਇਹ ਹੋਏਗੀ ਕਿ ਤੇਰੇ ਦਾਣਿਆਂ ਦਾ ਜਾਂ ਤੇਰੇ ਧਨ ਦਾ ਜਿਹੜਾ ਇੱਕ ਹਿੱਸਾ ਆ ਉਹ ਤੇਰਾ ਨਹੀਂ, ਉਹ ਤੂੰ ਮੈਨੂੰ ਦੇ ਦੇ। ਔਰ ਤੇਰੇ ਬਾਕੀ ਦੇ ਧਨ ਦੇ ਵਿੱਚ ਮੈਂ ਇੰਨੀ ਬਰਕਤ ਪਾ ਦੂੰਗਾ ਕਿ ਤੈਨੂੰ ਪਤਾ ਨਹੀਂ ਲੱਗੇਗਾ ਕਿ ਆ ਕਿੱਥੋਂ ਰਿਹਾ, ਜਾ ਕਿੱਥੋਂ ਰਿਹਾ। ਜਿਹੜਾ ਬਾਕੀ ਦਾ ਧਨ ਉਹ ਤੂੰ ਜਿੱਥੇ ਲਾਏਗਾ ਉਹ ਬਰਕਤ ਲੈ ਕੇ ਆਏਗਾ ਔਰ ਬਰਕਤ ਦੇਏਗਾ। ਜੇ ਬੱਚਿਆਂ ਤੇ ਲਾਏਗਾ ਤਾਂ ਬੱਚਿਆਂ ਨੂੰ ਬਰਕਤ ਮਿਲੂਗੀ। ਜੇ ਕਿਸੇ ਨਾਤੀ ਤੇ ਲਾਏਗਾ ਤਾਂ ਉਸ ਨੂੰ ਬਰਕਤ ਮਿਲੇਗੀ। ਇਹ ਤੇਰੇ ਲਈ ਵੀ ਬਰਕਤ ਦਾ ਕਾਰਨ ਹੋਏਗਾ। ਇਹ ਉਸ ਤੇ ਇਸ ਦੇ ਨਾਲ ਤੇਰੀ ਮੇਰੇ ਵਿੱਚ ਵਿਸ਼ਵਾਸ ਯੋਗਤਾ ਤੇ ਵਫਾਦਾਰੀ ਕਿੰਨੀ ਆ ਉੱਥੋਂ ਤੈਨੂੰ ਪਤਾ ਲੱਗੇਗਾ, ਤੇ ਮੇਰੀ ਤੇਰੇ ਨਾਲ ਵਫਾਦਾਰੀ ਕਿੰਨੀ ਆ। ਜਿਸ ਲਈ ਮੈਂ ਤੈਨੂੰ ਬਰਕਤ ਦਊਂਗਾ ਤੇ ਫਿਰ ਤੈਨੂੰ ਪਤਾ ਲੱਗੇਗਾ। That's basically it. That is basically it. ਇਸ ਤੋਂ ਜ਼ਿਆਦਾ ਮੈਂ ਇਸ ਦੇ ਬਾਰੇ ਕੁਝ ਨਹੀਂ ਕਹਿਣਾ। ਬਾਕੀ ਪ੍ਰਭੂ ਤੁਸੀਂ ਜਾਣਦੇ ਆ ਤੁਹਾਡਾ ਪ੍ਰਭੂ ਦਾ ਨਾਲ ਰਿਸ਼ਤਾ ਕਿੱਦਾਂ ਦਾ। ਅਗਰ ਠੀਕ ਆ ਤੇ ਉਹਨੂੰ ਬਲੈਸ ਕਰੋ, ਅਗਰ ਠੀਕ ਨਹੀਂ ਤਾਂ ਉਹ ਤਾਕਤ ਮੰਗੋ। ਓਕੇ, ਲੈਟਸ ਮੂਵ ਔਨ। 11 ਤੋਂ ਲੈ ਕੇ 20 ਤੱਕ। ਮੇਰੇ ਪੁੱਤਰ, ਤੂੰ ਪ੍ਰਭੂ ਦੀ ਤਾੜਨਾ ਨੂੰ ਤੁਛ ਨਾ ਜਾਣ, ਸਗੋਂ ਉਸ ਤੇ ਆਪਣੇ ਲਈ ਚੇਤਾਵਨੀ ਸਮਝ ਕੇ ਧਿਆਨ ਕਰ। ਪ੍ਰਭੂ ਜਿਸ ਨੂੰ ਪਿਆਰ ਕਰਦਾ ਹੈ ਉਸ ਨੂੰ ਤਾੜਦਾ ਵੀ ਹੈ, ਜਿਸ ਤਰ੍ਹਾਂ ਪਿਤਾ ਆਪਣੇ ਉਸ ਪੁੱਤਰ ਨੂੰ ਤਾੜਦਾ ਹੈ ਜਿਸ ਉੱਤੇ ਉਸ ਨੂੰ ਮਾਣ ਹੁੰਦਾ ਹੈ। ਧੰਨ ਉਹ ਮਨੁੱਖ ਹੈ ਜਿਸ ਨੂੰ ਬੁੱਧੀ ਮਿਲ ਗਈ ਹੈ ਅਤੇ ਜਿਸ ਨੇ ਸਮਝ ਨੂੰ ਪ੍ਰਾਪਤ ਕਰ ਲਿਆ ਹੈ। ਇਸ ਦੀ ਪ੍ਰਾਪਤੀ ਚਾਂਦੀ ਤੋਂ ਅਧਿਕ ਲਾਭਕਾਰੀ ਹੈ ਅਤੇ ਸੋਨੇ ਤੋਂ ਅਧਿਕ ਕੀਮਤੀ ਹੈ। ਇਹ ਹੀਰਿਆਂ ਤੋਂ ਵੀ ਵੱਧ ਬਹੁਮੁੱਲੀ ਹੈ ਅਤੇ ਇਸ ਦਾ ਟਾਕਰਾ ਤੇਰੀ ਕਿਸੇ ਮਨਪਸੰਦ ਚੀਜ਼ ਨਾਲ ਨਹੀਂ ਕੀਤਾ ਜਾ ਸਕਦਾ ਹੈ। ਬੁੱਧੀ ਤੈਨੂੰ ਲੰਮੀ ਉਮਰ, ਧਨ ਤੇ ਮਾਣ ਦੇ ਸਕਦੀ ਹੈ। ਇਹ ਤੇਰੇ ਜੀਵਨ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਬਣਾ ਸਕਦੀ ਹੈ। ਬੁੱਧੀ ਪ੍ਰਾਪਤ ਕਰਨ ਵਾਲਾ ਮਨੁੱਖ ਖੁਸ਼ ਰਹਿੰਦਾ ਹੈ ਅਤੇ ਇਹ ਉਸ ਦੇ ਲਈ ਜੀਵਨ ਦਾ ਸੋਮਾ ਹੈ। ਪ੍ਰਭੂ ਨੇ ਆਪਣੀ ਬੁੱਧੀ ਨਾਲ ਧਰਤੀ ਦੀ ਰਚਨਾ ਕੀਤੀ, ਆਪਣੀ ਸਮਝ ਦੇ ਨਾਲ ਉਸਨੇ ਆਕਾਸ਼ ਬਣਾਏ। ਉਸ ਦੀ ਬੁੱਧੀ ਦੇ ਨਾਲ ਦਰਿਆ ਵਗਣ ਲੱਗੇ ਅਤੇ ਬੱਦਲ ਧਰਤੀ ਉੱਤੇ ਮੀਂਹ ਵਰਾਉਣ ਲੱਗੇ। ਹੁਣ ਜਿਹੜੀ ਇਸ ਚੀਜ਼ ਦੇ ਵਿੱਚ ਦੋ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ। ਇੱਕ ਤਾਂ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕ ਇਹ ਕਹਿਣ ਲੱਗ ਪਏ ਹੈਗੇ ਆ, ਜਿੱਦਾਂ ਵੀ ਇੱਕ ਤਾਂ ਜਿੱਦਾਂ ਵੀ ਇੱਥੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਨਵੀਆਂ ਸਿੱਖਿਆਵਾਂ ਵੀ ਬਹੁਤ ਹੀ ਇੱਕ ਦਿਨ ਉੱਠਦੀਆਂ ਨਾ ਕਿ ਜੀ ਇਹ ਜਿਹੜੀ ਉਹਨੇ ਕਿਹਾ ਪ੍ਰਭੂ ਨੇ ਆਪਣੀ ਬੁੱਧੀ ਦੇ ਨਾਲ ਧਰਤੀ ਦੀ ਰਚਨਾ ਕੀਤੀ। ਸੋ ਜੋ ਬੁੱਧੀ ਸੀਗੀ ਉਸਨੇ ਸਭ ਤੋਂ ਪਹਿਲਾਂ ਬੁੱਧੀ ਨੂੰ ਜਨਮ ਦਿੱਤਾ, ਉਹ ਯਿਸੂ ਮਸੀਹ ਸੀਗਾ। just stay away from that crap.
is not it. ਜਿਹੜਾ ਕਹਾਵਤਾਂ ਦੀ ਸਭ ਤੋਂ ਜਿਹੜੀ ਬੈਸਟ ਚੀਜ਼ ਆ, ਉਹ ਸਭ ਤੋਂ ਬੁਰੀ ਤਰੀਕੇ ਨਾਲ ਜਿਹੜੀਆਂ ਕਹਾਵਤਾਂ ਦੇਖਣੀਆਂ ਨਾ, ਉਹ ਆਪਣੇ ਲਈ ਆਇਤਾਂ ਚੁਣ ਕੇ ਰੱਖ ਲੈਣੀਆਂ ਜੀ, ਕਿ ਆਹ ਦੇਖੋ ਜੀ ਕਹਾਵਤਾਂ ਦੇ ਇੰਨੇ ਚੈਪਟਰ ਦੇ ਵਿੱਚ ਇਹਦੇ ਵਿੱਚ ਆਹ ਆਇਤ ਦੇਖੋ ਕਿੰਨੀ ਸੋਹਣੀ, ਤੇ ਆਹ ਆਇਤ ਦੇਖੋ ਕਿੰਨੀ ਸੋਹਣੀ। ਨੋ, ਕਹਾਵਤਾਂ ਏਦਾਂ ਨਹੀਂ ਕੰਮ ਕਰਦੀਆਂ। ਕਹਾਵਤਾਂ ਜਿਹੜੀਆਂ ਆ, ਉਹਨਾਂ ਦੋਵਾਂ ਆਇਤਾਂ ਦੇ ਗੱਭੇ ਕੀ ਆ? ਉਹ ਜਿਹੜੀਆਂ ਆਇਤਾਂ ਸਾਨੂੰ ਚੰਗੀਆਂ ਲੱਗਦੀਆਂ, ਉਹ ਤਾਂ ਸਾਰੀ ਦੁਨੀਆ ਨੂੰ ਚੰਗੀਆਂ ਲੱਗਦੀਆਂ, ਉਹ ਤਾਂ ਸਿਰਫ ਹੱਡੀਆਂ ਦੋ ਆਇਤਾਂ, ਉਹ ਹੱਡੀਆਂ ਆ, ਪਰ ਮਾਸ ਜਿਹੜਾ ਉਹ ਗੱਭੇ ਆ। ਉਹ ਜਿਹੜਾ ਗੱਭੇ ਆ, ਉਹਨਾਂ ਆਇਤਾਂ ਨੂੰ ਖੋਲਦਾ ਪਿਆ। ਸੋ ਇਸ ਨੂੰ ਕਦੀ ਵੀ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ, ਔਰ ਤੁਸੀਂ ਜਾਣਦੇ ਹੋਗੇ, ਮੈਂ ਕਦੀ ਵੀ ਕਹਾਵਤਾਂ ਦੀ, ਮੈਂ ਆਪਣੇ ਮੈਸੇजेस ਦੇ ਵਿੱਚ ਵੀ ਕਹਾਵਤਾਂ ਦੀਆਂ ਕੱਲੀ ਵਰਸ ਕਦੀ ਨਹੀਂ ਯੂਜ਼ ਕੀਤੇ। I don't do it। ਉਸਦਾ ਕਾਰਨ ਇਹ ਹੈ ਕਿ ਉਹ ਇੱਕ ਵਰਸ ਜਿਹੜੀ ਆ, ਉਹਦੇ ਕਈ ਮਤਲਬ ਫਿਰ ਅਸੀਂ ਕੱਢ ਸਕਦੇ ਹਾਂ। ਇਹ ਤਾਂ ਜੈਮ ਆ, ਇਹ ਤਾਂ ਜ਼ਿੰਦਗੀ ਦੀ ਖੁਰਾਕ ਹੈ, ਇਹਨੂੰ ਖੁਰਾਕ ਵਾਂਗੂ ਖਾਓ, ਇਸਨੂੰ ਸੰਪੂਰਨਤਾ ਦੇ ਵਿੱਚ ਦੇਖੋ, ਫਿਰ ਬਰਕਤ ਮਿਲਦੀ ਹੈ। ਤੋਂ ਫਿਰ ਅੰਦਰੋਂ ਜਿੱਦਾਂ ਨਾ ਉਹ ਜਿਹੜੇ ਅੰਦਰ ਫੋੜੇ ਆ, ਫਿਰ ਉਹ ਫਿਸਦੇ ਆ ਤੇ ਪਸ ਨਿਕਲਦੀ, ਗੰਧ ਨਿਕਲਦਾ ਅੰਦਰੋਂ, ਤੇ ਪ੍ਰਭੂ ਦੀ ਬਰਕਤ ਅੰਦਰ ਭਰਦੀ ਆ। ਇਹ ਇਸ ਤਰ੍ਹਾਂ ਕੰਮ ਕਰਦੀਆਂ ਕਹਾਵਤਾਂ। ਸੋ ਦੇਖੋ ਕੀ ਕਹਿ ਰਿਹਾ ਉਸਨੇ, ਕਿਸ ਤਰ੍ਹਾਂ ਕਿਹਾ, ਕਹਿੰਦਾ ਮੇਰੇ ਪੁੱਤਰ ਤੂੰ ਮੇਰੀ ਤਾੜਨਾ ਨੂੰ ਤੁੱਛ ਨਾ ਸਮਝਣਾ, ਔਰ ਮੈਂ ਉਹਨੂੰ ਤਾੜਦਾ, ਬਾਪ ਉਹਨੂੰ ਤਾੜਦਾ ਜਿਸ ਨੂੰ ਪਿਆਰ ਕਰਦਾ। ਜਿਸ ਲਈ ਮੇਰੀ ਤਾੜਨਾ ਤੇਰੇ ਉੱਤੇ ਆਏ, ਤੇ ਕਹਿੰਦਾ ਫਿਰ ਇਹ ਚੀਜ਼ ਯਾਦ ਰੱਖੀ ਕਿ ਤਾੜਨਾ ਦੇ ਨਾਲ ਮੈਂ ਤੇ ਤੈਨੂੰ ਬੁੱਧ ਦਾ ਦਾਨ ਦਿੰਦਾ, ਔਰ ਧਨ ਉਹ ਮਨੁੱਖ ਜਿਸ ਨੂੰ ਉਹ ਬੁੱਧ ਦਾ ਦਾਨ ਮਿਲਦਾ, ਜਿਸ ਨੂੰ ਕੋਈ ਵੀ ਇਨਸਾਨ ਸੋਨੇ ਚਾਂਦੀ ਦੇ ਨਾਲ ਪ੍ਰਾਪਤ ਨਹੀਂ ਕਰ ਸਕਦਾ। ਸੋਨੇ ਚਾਂਦੀ ਦੇ ਨਾਲ ਪ੍ਰਾਪਤ ਨਹੀਂ ਕਰ ਸਕਦਾ। ਇਹ ਇੱਕ ਐਸੀ ਬਹੁਮੁੱਲੀ ਚੀਜ਼ ਹੈ ਜਿਸ ਦਾ ਟੱਕਰਾ ਕਿਤੇ ਨਹੀਂ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਉਹ ਕਹਿੰਦਾ ਤੂੰ ਮੇਰੀ ਜਿਹੜੀ ਬੁੱਧ ਆ, ਇਹ ਚੀਜ਼ ਹੁਣ ਦੇਖੀ ਇੱਥੇ ਆਇਆ, ਇਸ ਦਾ ਮਤਲਬ ਕਿ ਜਿਹੜੀ ਤੂੰ ਮੇਰੀ ਬੁੱਧ ਆ, ਉਹਨੂੰ ਮੇਰੀ ਕ੍ਰੀਏਸ਼ਨ ਦੇ ਵਿੱਚ ਦੇਖ ਸਕਦਾ, ਮੈਂ ਜੋ ਕੁਝ ਬਣਾਇਆ ਉਹਦੇ ਵਿੱਚ ਦੇਖ ਸਕਦਾ। ਇਟਸ ਅ ਪਰਫੈਕਟ ਸਾਈਕਲ। ਮੇਰੇ ਆਪਣੇ ਸਰੀਰ ਨੂੰ ਦੇਖੋ, ਕੋਈ ਵੀ ਚੀਜ਼ ਇਸ ਦੇ ਵਿੱਚ ਐਸੀ ਨਹੀਂ ਜਿਹੜੀ ਇਹ ਧਰਤੀ ਦੀ ਨਹੀਂ ਸੀ। ਇਹ ਧਰਤੀ ਦੀਆਂ ਸਾਰੀਆਂ ਚੀਜ਼ਾਂ ਤੋਂ ਪ੍ਰਭੂ ਨੇ ਮੈਨੂੰ ਉਸਾਰਿਆ, ਔਰ ਜਿਸ ਲਈ ਇਸ ਨੂੰ ਦੱਬ ਦੇਣਾ, ਉਹ ਸਾਰੀਆਂ ਚੀਜ਼ਾਂ ਮੁੜ ਕੇ ਫਿਰ ਧਰਤੀ 'ਚ ਚਲ ਜਾਣੀਆਂ। Isn't that amazing? Isn't that amazing? ਉਹੀ ਅਸੀਂ ਘਾਹ ਕੱਟਦੇ ਹਾਂ, ਜੇ ਅਸੀਂ ਉਸੇ ਘਾਹ ਨੂੰ ਦੱਬ ਦਿੰਦੇ ਹਾਂ, ਤੇ ਅਗਲੇ ਸਾਲ ਕੱਢਦੇ ਹਾਂ ਤਾਂ ਉਹੀ ਘਾਹ ਫਰਟੀਲਾਈਜ਼ਰ ਬਣ ਜਾਂਦਾ। ਕਹਿੰਦੇ ਤੁਸੀਂ ਮੇਰੀ ਬੁੱਧ ਤੁਸੀਂ ਹਰੇਕ ਚੀਜ਼ ਦੇ ਵਿੱਚ ਦੇਖ ਸਕਦੇ ਹੋ। ਇਹ ਤਾਂ ਜਿਹੜੀ ਅਸੀਂ ਆਪਣੀ ਅਕਲ ਦੇ ਨਾਲ ਚੀਜ਼ਾਂ ਬਣਾ ਲਈਆਂ, ਆਪਣੀ ਜਿਹੜੀ ਸਾਡੀ ਆਪਣੀ ਇੱਕ ਅਕਲ ਆ ਨਾ, ਉਹ ਜਿਹੜੀ ਸਾਨੂੰ ਤੰਗ ਬਹੁਤ ਕਰਦੀ ਹੈ, ਉਹਦੇ ਨਾਲ ਜਿਹੜੀਆਂ ਬਣਾ ਲਈਆਂ ਉਹੀ ਤੰਗ ਕਰਦੀਆਂ। ਅਸੀਂ ਪਲਾਸਟਿਕ ਬਣਾ ਲਈ, ਅੱਜ ਅੱਧੇ ਤੋਂ ਜ਼ਿਆਦਾ ਸਮੁੰਦਰ ਪਲਾਸਟਿਕ ਦੇ ਨਾਲ ਭਰਿਆ ਪਿਆ, ਜਾਨਵਰ ਮਰਦੇ ਪਏ। ਬਾਅਦ ਦੇ ਵਿੱਚ ਹੁਣ ਜਾ ਕੇ ਸਾਨੂੰ ਅਕਲ ਆਈ ਹੈ ਕਿ ਇਹ ਨਹੀਂ ਚਾਹੀਦੀ, ਇਹ ਨਹੀਂ ਚਾਹੀਦੀ। ਅਸੀਂ ਜਿਹੜੀਆਂ ਆਪਣੀਆਂ ਖੇਲਾਂ ਆਪ ਖੇਲੀਆਂ, 100 ਸਾਲ ਦੇ ਵਿੱਚ, ਪਿਛਲੇ 100 ਸਾਲ ਦੇ ਵਿੱਚ ਅਸੀਂ ਗੰਦ ਪਾ ਕੇ ਰੱਖ ਦਿੱਤਾ, ਧਰਤੀ ਤੇ ਹੀ ਨਹੀਂ। ਹੁਣ ਅਸੀਂ ਉਹ ਜਿਹੜੇ ਉੱਤੇ ਚੰਦ ਆ, ਉਹਨੂੰ ਵੀ ਨਾ ਵਿਚਾਰੇ ਨੂੰ ਛੱਡਿਆ, 30 ਦਿਨ ਉੱਥੇ ਕੋਈ ਨਾ ਕੋਈ ਚੀਜ਼ ਘਾਲ ਦਿੰਦੇ, ਉੱਥੇ ਵੀ ਗੰਦ ਪਾਤਾ।
ਉੱਤੇ ਹਵਾ ਦੇ ਵਿੱਚ ਇੰਨੀਆਂ ਅਸੀਂ ਜਿੱਦਾਂ ਸੈਟੇਲਾਈਟ ਛੱਡੀਆਂ ਆ, ਜਿਸ ਲਈ ਉਹ ਖਰਾਬ ਹੋ ਜਾਂਦੀਆਂ, ਟੁੱਟ ਜਾਂਦੀਆਂ, ਉਦਾਂ ਹੀ ਘੁੰਮੀ ਚਲੀ ਜਾਂਦੀਆਂ। ਉਹ ਆਪਣੇ ਧਰਤੀ ਦਾ ਆਲਾ ਦੁਆਲਾ ਵੀ ਅਸੀਂ ਗੰਦ ਨਾ ਭਰ ਲਿਆ। ਹੁਣ ਅਸੀਂ ਮਾਰਸ ਦੇ ਦੌਰੇ ਸ਼ੁਰੂ ਹੋ ਗਏ, 30 ਦਿਨ ਉੱਥੇ ਕੋਈ ਪ੍ਰੋਬ ਘੱਲ ਦਿੰਦੇ, ਪਤਾ ਤਾਂ ਲੱਗ ਗਿਆ ਵੀ ਉੱਥੇ ਪੱਥਰ ਆ, ਹੋਰ ਕੀ ਤੁਸੀਂ ਲੱਭੀ ਜਾਂਦੇ ਉੱਥੋਂ। ਹੁਣ ਉੱਥੇ ਗੰਦ ਪਾਉਣਾ ਸ਼ੁਰੂ ਕਰਤਾ। See, that's the difference. So ਕਹਿੰਦਾ ਡਰ ਰੱਖ। ਜੇ ਤੂੰ ਮੇਰਾ ਡਰ ਰੱਖੇਗਾ ਤੇ ਫਿਰ ਮੈਂ ਤੈਨੂੰ ਬੁੱਧ ਦਊਂਗਾ, ਤੈਨੂੰ ਤਾਜ਼ਾਪਨ ਦਊਂਗਾ, ਤੈਨੂੰ ਆਨੰਦ ਦਊਂਗਾ, ਤੈਨੂੰ ਆਪਣਾ ਘੇਰਾ ਦਊਂਗਾ, ਤੈਨੂੰ ਮੈਂ ਆਪਣੀ ਨਜ਼ਦੀਕੀ ਦਊਂਗਾ। ਇਹ ਜਿਹੜਾ ਡਰ ਆ, ਸ਼ੰਕਾ ਆ, ਇਹਨਾਂ ਚੀਜ਼ਾਂ ਨੂੰ ਮੈਂ ਤੇਰੀ ਜ਼ਿੰਦਗੀ ਤੋਂ ਦੂਰ ਕਰੂੰਗਾ। ਤੈਨੂੰ ਮੇਰੇ ਤੇ ਭਰੋਸਾ ਹੋਣਾ ਸ਼ੁਰੂ ਹੋ ਜਾਏਗਾ, ਤੈਨੂੰ ਮੇਰੀ ਵਫਾਦਾਰੀ ਤੋਂ ਸ਼ੱਕ ਨਹੀਂ ਹੋਏਗਾ, ਤੈਨੂੰ ਮੇਰੀ ਵਫਾਦਾਰੀ ਤੋਂ ਸ਼ੱਕ ਨਹੀਂ ਹੋਊਗਾ। ਪ੍ਰਭੂ ਇਹ ਚੀਜ਼ ਕਹਿ ਰਿਹਾ। 21 ਤੋਂ ਲੈ ਕੇ ਆਓ ਜੀ, ਅਸੀਂ ਹੁਣ ਇਸ ਨੂੰ 34 ਤਾਈਂ ਦੇਖੀਏ। ਮੇਰੇ ਪੁੱਤਰ, ਤੂੰ ਬੁੱਧੀ ਤੇ ਸੂਝ ਨੂੰ ਆਪਣੇ ਤੋਂ ਵੱਖ ਨਾ ਹੋਣ ਦੇ, ਸਗੋਂ ਤੂੰ ਉਹਨਾਂ ਨੂੰ ਸਾਂਭ ਕੇ ਰੱਖ। ਉਹਨਾਂ ਤੋਂ ਤੈਨੂੰ ਜੀਵਨ ਮਿਲੇਗਾ ਅਤੇ ਉਹ ਤੇਰੇ ਗਲੇ ਦੀ ਸੁੰਦਰਤਾ ਦਾ ਹਾਰ ਹੋਣਗੇ। ਤੂੰ ਆਪਣੇ ਰਾਹ ਉੱਤੇ ਸੁਰੱਖਿਅਤ ਚੱਲ ਸਕੇਂਗਾ ਅਤੇ ਠੋਕਰ ਨਹੀਂ ਖਾਵੇਂਗਾ। ਬਿਸਤਰ ਤੇ ਲੇਟਣ ਸਮੇਂ ਤੂੰ ਡਰੇਂਗਾ ਨਹੀਂ ਅਤੇ ਰਾਤ ਭਰ ਮਿੱਠੀ ਨੀਂਦ ਸੌਵੇਂਗਾ। ਪ੍ਰਭੂ ਤੇਰੀ ਰੱਖਿਆ ਕਰੇਗਾ ਅਤੇ ਉਹ ਤੇਰੇ ਪੈਰ ਨੂੰ ਤਿਲਕਣ ਨਹੀਂ ਦੇਵੇਗਾ। ਤੂੰ ਅਚਾਨਕ ਆਉਣ ਵਾਲੇ ਖਤਰੇ ਤੋਂ ਨਹੀਂ ਡਰੇਂਗਾ ਅਤੇ ਨਾ ਹੀ ਦੁਸ਼ਟ ਉੱਤੇ ਆਉਣ ਵਾਲੀ ਤਬਾਹੀ ਤੋਂ। ਜਦੋਂ ਵੀ ਤੂੰ ਕਰ ਸਕਦਾ ਹੋਵੇਂ, ਲੋੜਵੰਦਾਂ ਦੇ ਨਾਲ ਭਲਾਈ ਕਰ। ਜਦੋਂ ਤੂੰ ਆਪਣੇ ਗੁਆਂਢੀ ਦੀ ਮਦਦ ਕਰ ਸਕਦਾ ਹੋਵੇਂ ਤਾਂ ਤੂੰ ਉਸ ਨੂੰ ਇਹ ਨਾ ਕਹਿ ਕਿ ਮੈਂ ਕੱਲ ਤੇਰੀ ਮਦਦ ਕਰਾਂਗਾ। ਤੂੰ ਆਪਣੇ ਗੁਆਂਢੀ ਦੇ ਵਿਰੁੱਧ ਕੋਈ ਵਿਉਂਤ ਨਾ ਬਣਾ, ਕਿਉਂਕਿ ਉਹ ਭਰੋਸਾ ਰੱਖ ਕੇ ਤੇਰੇ ਨੇੜੇ ਰਹਿ ਰਿਹਾ ਹੈ। ਤੂੰ ਵਿਅਰਥ ਕਿਸੇ ਨਾਲ ਝਗੜਾ ਨਾ ਛੇੜ, ਜਿਸ ਨੇ ਕਦੀ ਵੀ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਹੈ। ਤੂੰ ਹਿੰਸਾਤਮਕ ਸੁਭਾਅ ਵਾਲੇ ਲੋਕਾਂ ਨਾਲ ਈਰਖਾ ਨਾ ਕਰ ਅਤੇ ਨਾ ਹੀ ਉਹਨਾਂ ਵਾਲੇ ਕੰਮ ਕਰ, ਕਿਉਂਕਿ ਪ੍ਰਭੂ ਬੁਰੇ ਕੰਮ ਕਰਨ ਵਾਲਿਆਂ ਨੂੰ ਘਿਰਣਾ ਕਰਦਾ ਹੈ। ਪ੍ਰਭੂ ਦੁਸ਼ਟ ਦੇ ਘਰ ਉੱਤੇ ਸਰਾਪ ਦਿੰਦਾ ਹੈ। ਪ੍ਰਭੂ ਨਿੰਦਕਾਂ ਦੀ ਨਿੰਦਾ ਕਰਦਾ ਹੈ, ਪਰ ਦੀਨਾਂ ਉੱਤੇ ਦਇਆ ਕਰਦਾ ਹੈ। ਬੁੱਧੀਮਾਨ ਆਦਰ ਦੇ ਭਾਗੀ ਹੋਣਗੇ, ਪਰ ਮੂਰਖ ਅਪਮਾਨ ਦੇ। ਦੇਖੋ, ਇੱਥੇ ਵੀ ਉਸਨੇ ਪ੍ਰਭੂ ਨੇ ਦੋ ਚੀਜ਼ਾਂ ਨਾਲ ਚੱਲਦੀਆਂ ਪਈਆਂ। ਔਰ ਇੱਥੇ ਅਸੀਂ ਅਗਰ ਤੁਸੀਂ ਲਿਖਣਾ ਮੰਗਦੇ ਆ ਤਾਂ ਜਿਹੜੀਆਂ 10 ਕਮੈਂਡਮੈਂਟਸ ਆ ਪ੍ਰਭੂ ਨੇ ਜਿਹੜੀਆਂ ਦਿੱਤੀਆਂ ਮੂਸਾ ਨੂੰ, ਉਹਨਾਂ ਦਾ ਅਸੀਂ ਇੱਥੇ ਪਰਛਾਈਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ 10 ਕਮੈਂਡਮੈਂਟਸ ਦੇ ਵਿੱਚ ਪ੍ਰਭੂ ਨੇ ਇੱਕ ਰਿਸ਼ਤਾ ਦਿੱਤਾ ਸੀ ਕਿ ਮੇਰੇ ਨਾਲ ਤੇਰਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ। ਜਿਹੜੀਆਂ ਪਹਿਲੀਆਂ 5 ਕਮੈਂਡਮੈਂਟਸ ਆ ਇਸ ਅਪਵਰਡ, ਜਿਹੜੀਆਂ ਅਗਲੀਆਂ ਆ ਉਹ ਡਾਊਨਵਰਡ। ਤੇਰਾ ਮੇਰੇ ਨਾਲ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ ਔਰ ਤੇਰਾ ਆਪਣੇ ਗੁਆਂਢੀ ਨਾਲ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ। ਸਿੰਪਲ ਇਸ ਤਰ੍ਹਾਂ ਸਾਰੀਆਂ 10 ਕਮੈਂਡਮੈਂਟਸ ਇੱਥੇ ਪੂਰੀਆਂ ਹੋ ਜਾਂਦੀਆਂ। ਔਰ ਇਸੇ ਕਰਕੇ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਉਹ ਕਹਿੰਦਾ ਨੇ ਪੁੱਛਿਆ ਕਿ ਸਭ ਤੋਂ ਬੈਸਟ ਕਮੈਂਡਮੈਂਟ ਕਿਹੜੀ ਹੈ। ਉਹ ਕਹਿੰਦਾ ਕਿ ਆਪਣੇ ਪ੍ਰਭੂ ਨੂੰ ਆਪਣੀ ਦਿਲ, ਜਾਨ ਔਰ ਆਪਣੇ ਸਭ ਕੁਝ ਦੇ ਨਾਲ ਪਿਆਰ ਕਰ। ਉਹ ਹੈ ਵਿਸ਼ਵਾਸਯੋਗਤਾ, ਵਫਾਦਾਰੀ, ਔਰ ਆਪਣੇ ਗੁਆਂਢੀ ਨੂੰ ਆਪਣੇ ਜਿੰਨਾ ਪਿਆਰ ਕਰ। ਸਿੰਪਲ। ਆਪਣਾ ਰਿਸ਼ਤਾ ਆਪਣੇ ਬਾਪ ਦੇ ਨਾਲ ਸਹੀ ਰੱਖ, ਆਪਣੇ ਪ੍ਰਭੂ ਯਿਸੂ ਦੇ ਨਾਲ ਸਹੀ ਰੱਖ, ਆਪਣੇ ਮੁਕਤੀ ਦਾਤੇ ਦੇ ਨਾਲ ਸਹੀ ਰੱਖ, ਔਰ ਆਪਣਾ ਰਿਸ਼ਤਾ ਆਪਣੇ ਉਹਨਾਂ ਦੇ ਨਾਲ ਸਹੀ ਰੱਖ ਜਿਨ੍ਹਾਂ ਦੇ ਲਈ ਪ੍ਰਭੂ ਨੇ ਤੈਨੂੰ ਚੁਣਿਆ, ਤੈਨੂੰ ਵੱਖਰੇ ਕੀਤਾ, ਇਹ ਤੇ ਆਪਣੀ ਕਿਰਪਾ ਕੀਤੀ। ਸੋ ਇਸ ਕਰਕੇ ਪ੍ਰਭੂ ਉਸ ਨੂੰ ਹੁਣ ਇਸ ਵੇਲੇ ਸਾਰੀਆਂ ਚੀਜ਼ਾਂ ਦੇ ਰਿਹਾ। ਇੱਕ ਤਰ੍ਹਾਂ ਦਾ ਉਹਦੇ ਅੰਦਰ ਪੋਰ ਕਰਦਾ ਪਿਆ, ਪ੍ਰਭੂ ਉਸ ਨੂੰ ਇਹਨਾਂ ਚੀਜ਼ਾਂ ਦੇ ਨਾਲ ਭਰਦਾ ਪਿਆ। ਔਰ ਜਿਹੜੇ ਉਸਨੇ ਅਖੀਰ ਦੇ ਵਿੱਚ ਪ੍ਰਭੂ ਨੇ ਬਹੁਤ ਪਿਆਰੀ ਚੀਜ਼ ਉਸ ਨੂੰ ਕਹੀ ਆ ਕਿ ਪ੍ਰਭੂ ਬੁਰੇ ਕੰਮ ਕਰਨ ਵਾਲਿਆਂ ਨੂੰ ਘਿਰਣਾ ਕਰਦਾ ਹੈ, ਦੁਸ਼ਟ ਦੇ ਘਰ ਉੱਤੇ ਸਰਾਪ ਦਿੰਦਾ ਹੈ, ਪ੍ਰਭੂ ਨਿੰਦਕਾਂ ਦੀ ਨਿੰਦਾ ਕਰਦਾ ਹੈ ਅਤੇ ਦੀਨਾਂ ਦੇ ਉੱਤੇ ਦਇਆ ਕਰਦਾ ਹੈ। ਬੁੱਧੀਮਾਨ ਆਦਰ ਦੇ ਭਾਗੀ ਹੋਣਗੇ, ਪਰ ਮੂਰਖ। ਸੋ
What is the antidote? ਇਹਨਾਂ ਚੀਜ਼ਾਂ ਤੋਂ ਬਚਣ ਦਾ ਰਿਸ਼ਤਾ ਕੀ ਹੈ, ਬਚਣ ਦਾ ਤਰੀਕਾ ਕੀ ਹੈ? ਆਪਣੇ ਸਵਰਗੀ ਬਾਪ ਦੇ ਨਾਲ ਆਪਣਾ ਰਿਸ਼ਤਾ ਸਹੀ ਰੱਖੋ, ਔਰ ਉੱਥੋਂ ਤਾਕਤ ਮਿਲੇਗੀ ਜਿਸ ਦੇ ਨਾਲ ਅਸੀਂ ਆਪਣੇ ਬਾਕੀ ਦੇ ਰਿਸ਼ਤੇ ਸਹੀ ਰੱਖਾਂਗੇ। ਰਿਸ਼ਤੇ ਕਦੀ ਵੀ ਡਰ, ਲੋਕਾਂ ਦੇ ਡਰ, ਲੋਕਾਂ ਨੂੰ ਖੁਸ਼ ਕਰਨਾ ਜਾਂ ਉਹਨਾਂ ਤੋਂ ਡਰਨਾ, ਉਹਨਾਂ ਦੇ ਨਾਲ ਰਿਸ਼ਤੇ ਨਹੀਂ ਸਹੀ ਹੁੰਦੇ। ਉਹ ਜਿਹੜੀਆਂ ਚੀਜ਼ਾਂ ਆ ਉਹ ਸਾਨੂੰ ਹਮੇਸ਼ਾ ਸਾਡੇ ਆਲੇ ਦੁਆਲੇ, ਸਾਡੇ ਜਿਹੜਾ ਅੰਦਰ ਆ, ਹਮੇਸ਼ਾ ਇੱਕ ਡਰ ਪੈਦਾ ਹੋਇਆ ਰਹਿੰਦਾ। ਅਸੀਂ ਇੱਕ ਆਜ਼ਾਦ ਜ਼ਿੰਦਗੀ ਨਹੀਂ ਜੀ ਸਕਦੇ। ਅਸੀਂ ਇੱਕ ਆਜ਼ਾਦ ਜ਼ਿੰਦਗੀ ਨਹੀਂ ਜੀ ਸਕਦੇ। ਜੇ ਕੋਈ ਮੈਨੂੰ ਆ ਕੇ ਕਹਿੰਦਾ ਫਲਾਣਾ ਤੇਰੇ ਲਈ ਆ ਕਹਿੰਦਾ ਰਹੇ, ਸੋ ਵਾਟ, ਆਈ ਡੋਂਟ ਕੇਅਰ। ਮੇਰਾ ਆਪਣੇ ਪ੍ਰਭੂ ਦੇ ਨਾਲ ਰਿਸ਼ਤਾ ਠੀਕ, ਮੈਂ ਆਪਣਾ ਰਿਸ਼ਤਾ ਉਹਦੇ ਨਾਲ ਸਹੀ ਰੱਖਦਾ। ਮੈਂ ਆਪਣੀ ਪਲ ਪਲ ਦੀ ਖਬਰ ਉਹਨੂੰ ਜਾ ਕੇ ਦੇਣਾ, ਆਪਣੀ ਹਰ ਸੋਚ ਉਹਦੇ ਚਰਨਾਂ 'ਚ ਰੱਖਦਾ। ਆਪਣਾ ਹਰ ਜਿਹੜਾ ਮੇਰੇ ਮਨ ਦੇ ਵਿੱਚ ਬੁਰਾਈ ਜਾਂ ਖਿਆਲ ਆਉਂਦਾ, ਮੈਂ ਉਹਦੇ ਚਰਨਾਂ 'ਚ ਰੱਖਦਾ ਕਿ ਆਹ ਮੇਰੀ ਕੰਡੀਸ਼ਨ ਹੈ ਇਸ ਵੇਲੇ ਮੇਰੀ ਆਹ ਕੰਡੀਸ਼ਨ। ਔਰ ਪ੍ਰਭੂ ਦੀ ਵਰਸ਼ਿਪ ਦੇ ਵਿੱਚ ਬਣੇ ਰਹੋ, ਉਹਦੀ ਨਜ਼ਦੀਕੀ ਦੇ ਵਿੱਚ ਬਣੇ ਰਹੋ। ਫਿਰ ਪ੍ਰਭੂ ਸਫਾਈ ਕਰਦਾ ਅੰਦਰ ਦੀ, ਜਿਸ ਦੇ ਲਈ ਉਸਨੇ ਸਾਨੂੰ ਚੁਣਿਆ, ਵੱਖਰੇ ਕੀਤਾ। ਸਾਨੂੰ ਚੁਣਿਆ ਤੇ ਵੱਖਰੇ ਕੀਤਾ, ਕਿਸੇ ਚੀਜ਼ ਲਈ ਵੱਖਰੇ ਕੀਤਾ। ਹੁਣ ਸਾਨੂੰ ਕਿੱਥੋਂ ਪਤਾ ਲੱਗਦਾ ਪਿਆ? ਉਸਨੇ ਸੋਲੋਮਨ ਨੂੰ ਚੁਣਿਆ ਤੇ ਵੱਖਰਾ ਕੀਤਾ ਹੈ, ਕਿਸੇ ਕੰਮ ਲਈ ਵੱਖਰਾ ਕੀਤਾ। ਤਾਂ ਦੇਖੋ ਉਸਦੇ ਅੰਦਰ ਉਹ ਕਿੱਦਾਂ ਪੋਰ ਕਰਦਾ ਪਿਆ, ਉਸਦੇ ਅੰਦਰ ਡੋਲਦਾ ਪਿਆ ਆਪਣਾ ਆਪ। ਇਹ ਪ੍ਰਭੂ ਦੀ ਮਹਾਨਤਾ ਹੈ, ਇਹ ਪ੍ਰਭੂ ਦੀ ਕਿਰਪਾ। ਆਓ ਚੌਥਾ ਚੈਪਟਰ ਬੇਸਿਕਲੀ ਜਿਹੜਾ ਹੈਗਾ, ਉਹ ਜਿਹੜੀਆਂ ਚੀਜ਼ਾਂ ਅਸੀਂ ਪੜ੍ਹ ਕੇ ਹਟੇ ਆ ਉਹਨਾਂ ਦਾ ਇੱਕ ਤਰ੍ਹਾਂ ਦਾ ਦੁਆਰਾ ਪ੍ਰਭੂ ਨੇ ਉਹ ਚੀਜ਼ਾਂ ਸਾਰੀਆਂ ਕਹੀਆਂ। ਵੀ ਕੁਇਕਲੀ ਰੀਡ ਦਿਸ ਚੈਪਟਰ, ਫਿਰ ਅਸੀਂ ਦੁਆ ਕਰਾਂਗੇ, ਫਿਰ ਆਪਾਂ ਟਿਊਜ਼ਡੇ ਨੂੰ ਮਿਲਾਂਗੇ, ਔਰ ਟਿਊਜ਼ਡੇ ਨੂੰ ਫਿਰ ਜਿਹੜੀ ਮੰਦਿਰ ਦੀ ਬਣਾਵਟ, ਸਾਰੀਆਂ ਚੀਜ਼ਾਂ, ਫਿਰ ਉਹ ਚੀਜ਼ਾਂ ਦੇਖਾਂਗੇ। ਮੈਂ ਪੜ੍ਹਦੀ ਨਹੀਂ ਦੱਸਦੀ ਜੀ। ਬੁੱਧੀ ਦੇ ਲਾਭ। ਪੁੱਤਰੋ, ਤੁਸੀਂ ਆਪਣੇ ਪਿਤਾ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਸੁਣੋ ਅਤੇ ਇਸ ਤਰ੍ਹਾਂ ਕਰਨ ਨਾਲ ਤੁਸੀਂ ਗਿਆਨ ਪ੍ਰਾਪਤ ਕਰੋਗੇ। ਮੈਂ ਤੁਹਾਨੂੰ ਚੰਗੀਆਂ ਸਿੱਖਿਆਵਾਂ ਦੇ ਰਿਹਾ ਹਾਂ, ਇਸ ਲਈ ਤੁਸੀਂ ਇਹਨਾਂ ਨੂੰ ਭੁੱਲਣਾ ਨਾ। ਜਦੋਂ ਮੈਂ ਆਪ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹੋਣ ਤੇ ਉਹਨਾਂ ਨਾਲ ਰਹਿੰਦਾ ਸਾਂ, ਤਾਂ ਮੇਰਾ ਪਿਤਾ ਮੈਨੂੰ ਇਸ ਤਰ੍ਹਾਂ ਕਹਿੰਦਾ ਸੀ, ਮੇਰੇ ਬਚਨਾਂ ਤੇ ਹੁਕਮਾਂ ਨੂੰ ਆਪਣੇ ਦਿਲ ਨਾਲ ਲਾਈ ਰੱਖੀ, ਤਾਂ ਤੂੰ ਜਿਉਂਦਾ ਰਹੇਗਾ। ਤੂੰ ਮੇਰੇ ਮੂੰਹ ਦੇ ਬਚਨਾਂ ਨੂੰ ਭੁੱਲਣਾ ਨਾ, ਸਗੋਂ ਬੁੱਧੀ ਤੇ ਸੂਝ ਪ੍ਰਾਪਤ ਕਰਨਾ। ਤੂੰ ਬੁੱਧੀ ਦਾ ਸਾਥ ਨਾ ਛੱਡਣਾ, ਕਿਉਂਕਿ ਉਹ ਤੇਰੀ ਰੱਖਿਆ ਕਰੇਗੀ, ਤੈਨੂੰ ਪਿਆਰ ਕਰੇਗੀ ਅਤੇ ਤੇਰੀ ਦੇਖਭਾਲ ਕਰੇਗੀ। ਬੁੱਧੀ ਪ੍ਰਾਪਤ ਕਰਨਾ ਸਭ ਚੀਜ਼ਾਂ ਦੀ ਪ੍ਰਾਪਤੀ ਤੋਂ ਸ੍ਰੇਸ਼ਟ ਹੈ, ਅਤੇ ਜੇਕਰ ਤੂੰ ਹੋਰ ਕੁਝ ਪ੍ਰਾਪਤ ਕਰ ਸਕਦਾ ਹੈ ਤਾਂ ਸੂਝ ਪ੍ਰਾਪਤ ਕਰ। ਤੂੰ ਬੁੱਧੀ ਨੂੰ ਪਿਆਰ ਕਰ ਤਾਂ ਉਹ ਤੈਨੂੰ ਮਹਾਨ ਬਣਾਵੇਗੀ, ਅਤੇ ਤੂੰ ਉਸਨੂੰ ਗਲੇ ਲਾ ਤਾਂ ਉਹ ਮਾਣ ਵਧਾਵੇਗੀ। ਉਹ ਤੇਰੇ ਸਿਰ ਉੱਤੇ ਇੱਜ਼ਤ ਦੀ ਪਗੜੀ ਅਤੇ ਸੁੰਦਰ ਮੁਕਟ ਰੱਖੇਗੀ। ਮੇਰੇ ਪੁੱਤਰ, ਤੂੰ ਬੋਲੇ ਬਚਨਾਂ ਨੂੰ ਸੁਣ ਅਤੇ ਇਹਨਾਂ ਨੂੰ ਸਵੀਕਾਰ ਕਰ, ਤਾਂ ਤੂੰ ਲੰਮੀ ਉਮਰ ਭੋਗੇਗਾ। ਮੈਂ ਤੈਨੂੰ ਬੁੱਧੀ ਬਾਰੇ ਸਿੱਖਿਆ ਦਿੱਤੀ ਹੈ ਅਤੇ ਭਲੇ ਰਾਹਾਂ ਉੱਤੇ ਚੱਲਣਾ ਵੀ ਸਿਖਾਇਆ ਹੈ। ਜੇਕਰ ਤੂੰ ਚੱਲਦੇ ਵੇਲੇ ਬੁੱਧੀ ਦੀ ਵਰਤੋਂ ਕਰੇਗਾ ਤਾਂ ਤੇਰੇ ਰਾਹ ਵਿੱਚ ਨਾ ਕੋਈ ਰੁਕਾਵਟ ਆਵੇਗੀ ਅਤੇ ਨਾ ਹੀ ਤੂੰ ਕਿਸੇ ਚੀਜ਼ ਨਾਲ ਠੋਕਰ ਖਾਵੇਂਗਾ। ਸੋ ਜੋ ਕੁਝ ਤੂੰ ਸਿੱਖਿਆ ਉਸ ਦੀ ਪੂਰੀ ਤਰ੍ਹਾਂ ਰੱਖਿਆ ਕਰ, ਅਰਥਾਤ ਬੁੱਧੀ ਦੀ, ਕਿਉਂਕਿ ਇਹੀ ਤੇਰਾ ਜੀਵਨ ਹੈ। ਤੂੰ ਬੁਰੇ ਆਦਮੀਆਂ ਵਾਲੀ ਥਾਂ ਉੱਤੇ ਨਾ ਜਾ ਅਤੇ ਨਾ ਹੀ ਉਹਨਾਂ ਦੇ ਰਾਹਾਂ ਉੱਤੇ ਚੱਲ। ਤੂੰ ਇਹ ਨਾ ਕਰ, ਸਗੋਂ ਇਸ ਪਾਸਿਓਂ ਮੂੰਹ ਮੋੜ ਕੇ ਅਤੇ ਅੱਗੇ ਨਿਕਲ ਜਾ। ਦੁਸ਼ਟ ਉਸ ਸਮੇਂ ਤੱਕ ਸੌ ਨਹੀਂ ਸਕਦੇ ਜਦੋਂ ਤੱਕ ਉਹ ਕਿਸੇ ਦਾ ਬੁਰਾ ਨਾ ਕਰ ਲੈਣ। ਉਹ ਉਸ ਸਮੇਂ ਤੱਕ ਜਾਗਦੇ ਹਨ ਜਦੋਂ ਤੱਕ ਉਹ ਕਿਸੇ ਨੂੰ ਠੋਕਰ ਨਾ ਲੈ ਲੈਣ। ਬੁਰਾਈ ਤੇ ਹਿੰਸਾ ਉਹਨਾਂ ਲਈ ਭੋਜਨ ਤੇ ਸ਼ਰਾਬ ਦੇ ਬਰਾਬਰ ਹੈ, ਪਰ ਭਲੇ ਲੋਕਾਂ ਦਾ ਰਾਹ ਦਿਨ ਦੀ ਲੋਅ ਦੀ ਤਰ੍ਹਾਂ ਚਮਕਦਾਰ ਹੈ, ਜੋ ਹਰ ਪਲ ਉਜਲਾ ਹੁੰਦਾ ਹੈ। ਜਿਸ ਤਰ੍ਹਾਂ ਦਿਨ ਦੇ ਵਧਣ ਨਾਲ ਉਸਦਾ ਉਜਾਲਾ ਵੀ ਵੱਧਦਾ ਜਾਂਦਾ ਹੈ, ਪਰ ਦੁਸ਼ਟਤਾ ਦਾ ਰਾਹ ਘੋਰ ਹਨੇਰੇ ਵਾਂਗ ਹੈ, ਅਤੇ ਜਦੋਂ ਤੱਕ ਉਹ ਡਿੱਗਦੇ ਹਨ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਹੈ। ਮੇਰੇ ਪੁੱਤਰ,
ਜੋ ਕੁਝ ਮੈਂ ਕਹਿੰਦਾ ਹਾਂ ਤੂੰ ਮੇਰੇ ਸ਼ਬਦਾਂ ਉੱਤੇ ਧਿਆਨ ਦੇ। ਤੂੰ ਉਹਨਾਂ ਨੂੰ ਆਪਣੇ ਤੋਂ ਦੂਰ ਨਾ ਹੋਣ ਦੇ, ਸਗੋਂ ਆਪਣੇ ਦਿਲ ਦੇ ਨਾਲ ਲਾਈ ਰੱਖ। ਜੋ ਇਹਨਾਂ ਨੂੰ ਸਮਝਦਾ ਹੈ, ਇਹ ਉਸ ਨੂੰ ਜੀਵਨ ਦੇ ਸੇਧ ਦਿੰਦੇ ਹਨ। ਤੂੰ ਆਪਣੇ ਮਨ ਦੀਆਂ ਸੋਚਾਂ ਦੀ ਚੌਕਸੀ ਕਰ, ਕਿਉਂਕਿ ਇਹੀ ਜੀਵਨ ਦਾ ਸੋਮਾ ਹਨ। ਤੂੰ ਆਪਣੇ ਮੂੰਹੋਂ ਕੋਈ ਬੁਰਾ ਸ਼ਬਦ ਨਾ ਕੱਢ। ਤੂੰ ਝੂਠ ਫਰੇਬ ਤੋਂ ਵੀ ਦੂਰ ਰਹਿ। ਤੂੰ ਕੇਵਲ ਸਿੱਧਾ ਦੇਖ ਅਤੇ ਆਪਣੀ ਚਾਲ ਵੀ ਸਿੱਧੀ ਰੱਖ। ਤੂੰ ਹਰ ਕੰਮ ਕਰਨ ਤੋਂ ਪਹਿਲਾਂ ਉਸ ਬਾਰੇ ਸੋਚ, ਤਾਂ ਤੇਰਾ ਕੰਮ ਸਫਲ ਹੋਵੇਗਾ। ਤੂੰ ਬਿਲਕੁਲ ਸਿੱਧਾ ਚੱਲ, ਸੱਜੇ ਜਾਂ ਖੱਬੇ ਨਾ ਦੇਖ, ਅਤੇ ਆਪਣੇ ਪੈਰ ਬੁਰਾਈ ਵੱਲੋਂ ਰੋਕੇ ਰੱਖ। ਉਹ ਯਿਸੂ ਮਸੀਹ ਨੇ ਸਾਨੂੰ ਇੱਕੋ ਹੀ ਰਸਤਾ ਦਿੱਤਾ। ਉਹ ਰਸਤਾ ਛੋਟਾ ਹੈ, ਉਹ ਰਸਤਾ ਉਚਾਈ ਵੱਲ ਨੂੰ ਜਾਂਦਾ, ਉਹ ਰਸਤਾ ਔਖਾ ਹੈ, ਔਰ ਉਸਨੇ ਅਗਰ ਅਸੀਂ ਉਸ ਦੇ ਉੱਤੇ ਖੱਬੇ ਸੱਜੇ ਦੇਖੇ ਬਗੈਰ ਅਸੀਂ ਆਪਣਾ ਧਿਆਨ ਸਿੱਧਾ ਲਾ ਕੇ ਰੱਖ ਕੇ ਤੁਰੇ ਚੱਲਦੇ ਹਾਂ, ਤਾਂ ਬੇਸ਼ੱਕ ਵਿੱਚ ਚਾਹੇ ਕੁਛ ਵੀ ਹੋਵੇ, ਬੇਸ਼ੱਕ ਜ਼ਿੰਦਗੀ ਦੇ ਕਿਸੇ ਵੀ ਮੋੜ ਦੇ ਵਿੱਚ ਦੀ ਨਾ ਪਾਏ, ਪ੍ਰਭੂ ਦਾ ਸਹਾਰਾ, ਪ੍ਰਭੂ ਦਾ ਸਾਥ ਔਰ ਡੈਸਟੀਨੇਸ਼ਨ ਜਿੱਥੇ ਅਸੀਂ ਜਾ ਰਹੇ ਹਾਂ ਬਿਲਕੁਲ ਸਹੀ ਹੋਏਗੀ। ਦਾਊਦ ਨੇ ਵੀ ਆਪਣੇ ਪੁੱਤਰਾਂ ਨੂੰ ਇਹ ਸਿਖਾਈਆਂ ਚੀਜ਼ਾਂ। ਸੋ ਕਹਾਵਤਾਂ ਦੀ ਪੋਥੀ ਕੋਈ ਨਵੀਂ ਚੀਜ਼ ਨਹੀਂ। ਇਹ ਸਾਰੀ ਬੁੱਧ ਪ੍ਰਭੂ ਨੇ ਦਾਊਦ ਨੂੰ ਦਿੱਤੀ ਸੀ, ਜਿਸ ਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਸੁਲੇਮਾਨ ਦੇ ਸਾਹਮਣੇ ਸੀ। ਪ੍ਰਭੂ ਕਰੇ ਕਿ ਇਹ ਸਾਡੀ ਆਪਣੀ ਜ਼ਿੰਦਗੀ 'ਚ ਪਹਿਲਾਂ ਆਏ। ਮੇਰੀ ਜ਼ਿੰਦਗੀ ਦੇ ਵਿੱਚ ਪਹਿਲਾਂ ਆਏ, ਫਿਰ ਮੇਰੇ ਬੱਚੇ ਉਸ ਨੂੰ ਦੇਖਣ ਔਰ ਕਹੇ ਬਗੈਰ ਇਸ ਚੀਜ਼ ਨੂੰ ਸਮਝਣ। ਜਿਸ ਵੇਲੇ ਅਸੀਂ ਸਾਡੀ ਆਪਣੀ ਜ਼ਿੰਦਗੀ ਸਹੀ ਹੁੰਦੀ ਹੈ ਤਾਂ ਸਾਡੇ ਬੱਚਿਆਂ ਤੇ ਉਸ ਦਾ ਅਸਰ ਬਹੁਤ ਪੈਂਦਾ। ਇਹ ਬਹੁਤ ਜ਼ਰੂਰੀ ਹੁੰਦਾ ਹੈ। ਉਹ ਜੋ ਅਸੀਂ ਕਹਿ ਰਹੇ ਹਾਂ ਉਹ ਨਹੀਂ ਸੁਣਦੇ ਪਏ, ਉਹ ਜੋ ਅਸੀਂ ਕਰ ਰਹੇ ਹਾਂ ਉਹ ਦੇਖਦੇ ਪਏ। ਜੋ ਅਸੀਂ ਕਰ ਰਹੇ ਹਾਂ ਉਹ ਦੇਖਦੇ ਪਏ। ਜਿੱਦਾਂ ਜਿੱਦਾਂ ਅਸੀਂ ਇਸ ਪੁਸਤਕ ਦੇ ਵਿੱਚ ਪੜਾਂਗੇ, ਅਸੀਂ ਬਹੁਤੀ ਦੇਰ ਤਾਂ ਨਹੀਂ ਕਹਾਵਤਾਂ ਦੇ ਵਿੱਚ ਹਰ ਹੁਣ ਗੁਜ਼ਾਰਾਂਗੇ, ਲੇਕਿਨ ਜਿੱਦਾਂ ਜਿੱਦਾਂ ਸਾਨੂੰ ਪ੍ਰਭੂ ਸਮਾਂ ਦੇਗਾ ਤੇ ਇਸ ਦੇ ਵਿੱਚੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਾਂਗੇ। ਬਹੁਤ ਬਰਕਤ ਵਾਲੀ ਪੁਸਤਕ ਹੈ, ਬਹੁਤ ਬਰਕਤ ਵਾਲੀ ਪੁਸਤਕ। ਪੜ੍ਹੇ ਰਹਿਣਾ। Let us pray। ਆਓ ਦੁਆ ਕਰੀਏ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ ਦੇਈਏ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੂੰ ਦਿਆਲੂ, ਕਿਰਪਾਲੂ, ਰਹਿਮ ਕਰਨ ਵਾਲਾ ਮੇਰਾ ਪ੍ਰਭੂ ਆ। ਪਿਆਰੇ ਪ੍ਰਭੂ, ਕੌਣ ਇੰਨੇ ਪਿਆਰ ਦੇ ਨਾਲ ਸਿਖਾਉਂਦਾ, ਕੌਣ ਰਸਤੇ ਦਿਖਾਉਂਦਾ ਔਰ ਰਸਤੇ ਤੇ ਚੱਲਣ ਦੀ ਤਾਕਤ ਦਿੰਦਾ, ਕੌਣ ਸਾਨੂੰ ਆਪਣੀ ਹਜ਼ੂਰੀ ਦੇ ਨਾਲ ਮਾਲਾ ਮਾਲ ਕਰਦਾ, ਕੌਣ ਸਾਡੀ ਜਾਨ ਨੂੰ ਬਚਾਉਣ ਦੇ ਲਈ, ਮੁਕਤੀ ਦੇਣ ਦੇ ਲਈ ਆਪਣੀ ਜਾਨ ਦਿੰਦਾ। ਪਿਆਰੇ ਯਿਸੂ, ਸਿਰਫ ਤੂੰ ਦਿੰਦਾ। ਪ੍ਰਭੂ ਜੀ, ਮੈਂ ਇਸ ਸਾਰੇ ਵਕਤ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਦਾ। ਮੈਂ ਦੁਆ ਕਰਦਾ ਕਿ ਪ੍ਰਭੂ ਜੀ ਮੇਰੇ ਭੈਣ ਭਰਾ ਇਹਨਾਂ ਚਾਰਾਂ ਚੈਪਟਰਾਂ ਨੂੰ ਪ੍ਰਭੂ ਜੀ ਕੱਲ ਦਾ ਦਿਨ ਇਹਨਾਂ ਦੇ ਕੋਲ ਇਹਨਾਂ ਨੂੰ ਦੁਬਾਰਾ ਪੜ੍ਹਨ, ਤਾਂ ਕਿ ਪ੍ਰਭੂ ਜੀ ਇਸ ਦੇ ਵਿੱਚੋਂ ਇਹਨਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਤੂੰ ਆਪ ਦਿਖਾਈ। ਇਹਨਾਂ ਨੂੰ ਉਹ ਬਰਕਤ ਦੇਈਂ ਜੋ ਪ੍ਰਭੂ ਜੀ ਤੇਰੇ ਸਾਹਮਣੇ ਆ ਕੇ ਮੰਗਣ ਤੇ ਮਿਲਦੀ ਹੈ। ਤਾਂ ਕਿ ਇਹਨਾਂ ਦਾ ਰਿਸ਼ਤਾ ਪਾਸਵਾਨਾਂ ਤੋਂ
ਤੋਂ ਹਟ ਕੇ ਤੇਰੇ ਨਾਲ ਸਿੱਧਾ ਹੋਏ ਔਰ ਉਹ ਆਨੰਦ ਪ੍ਰਭੂ ਜੀ ਜੋ ਤੇਰੇ ਘਰ ਦਾ ਇਹ ਪ੍ਰਾਪਤ ਕਰ। ਮੈਂ ਸਮੇਂ ਨੂੰ, ਆਉਣ ਵਾਲੇ ਸਮੇਂ ਨੂੰ ਪ੍ਰਭੂ ਜੀ ਤੇਰੇ ਹੱਥਾਂ 'ਚ ਦਿੰਦਾ। ਸਾਡੇ ਅੱਗੇ ਪਿੱਛੇ ਸੱਜੇ ਖੱਬੇ ਪੈਰਾਂ ਦੇ ਵਿੱਚ, ਉੱਪਰੋਂ ਪ੍ਰਭੂ ਜੀ ਔਰ ਅੰਦਰ, ਸੱਤੇ ਪਾਸੇ ਪ੍ਰਭੂ ਜੀ ਤੇਰੀ ਬਰਕਤ, ਸੱਤੇ ਪਾਸੇ ਤੇਰਾ ਰਹਿਮ, ਸੱਤੇ ਪਾਸੇ ਤੇਰੀ ਰਾਖੀ, ਸੱਤੇ ਪਾਸੇ ਤੇਰਾ ਆਨੰਦ, ਸੱਤੇ ਪਾਸੇ ਤੇਰਾ ਆਰਾਮ, ਤੇਰੀ ਸ਼ਾਂਤੀ ਬਣੀ ਰਹੇ। ਪਿਆਰੇ ਪ੍ਰਭੂ, ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਹਜ਼ੂਰੀ ਸਾਨੂੰ ਸੰਭਾਲ ਕੇ ਰੱਖੇ ਔਰ ਮਸੀਹ ਦੇ ਨਾਮ ਦੇ ਵਿੱਚ ਅਸੀਂ ਆਨੰਦਿਤ ਰਹੀਏ। ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ ਔਰ ਸਾਰੇ ਭੈਣ ਭਰਾ ਕੇ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਹੈ ਤੁਹਾਡੇ ਸਾਰਿਆਂ ਦੇ ਨਾਲ। ਮਾਸਟਰ ਜੀ, ਹੁਣ ਉਹ ਅਮਰੀਕਾ ਤੋਂ ਨਹੀਂ ਮੰਗਾਉਣੇ ਜਿਹੜੇ ਆਪਾਂ ਉਦੋਂ ਕਹਿੰਦੇ ਸੀਗੇ, ਉਹਨਾਂ ਨਾਲ ਗੱਲ ਕਰਨੀ ਫਿਰ ਹੋਈ ਨਹੀਂ ਹੈਗੀ? ਮੇਰੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਹੋਈ। ਸੋ ਤੁਸੀਂ ਜਿੱਦਾਂ ਵੀ ਮੈਂ ਇਹੋ ਹੀ ਕਹਿਣਾ ਕਿ ਕੈਲਗਰੀ ਦੇ ਵਿੱਚ ਜਿੱਦਾਂ ਵੀ ਤੁਸੀਂ ਇੱਕ ਸੈੱਟ ਜਿੱਦਾਂ ਕਰ ਲੈਣ ਤੇ ਇਦਾਂ ਹੀ ਤੁਸੀਂ ਇੱਥੇ ਵੀ ਤੁਸੀਂ ਇੱਕ ਕਰ ਲਓ। ਉਹਨਾਂ ਦੀ ਮੈਨੂੰ ਕੋਈ ਗੱਲ ਆਈ ਨਹੀਂ। ਅੱਛਾ ਜੀ। ਹਾਂ, ਸੋ ਨਹੀਂ ਇੱਥੇ ਵੀ ਲੋਕਲ ਵੀ ਮਿਲਦੀਆਂ ਆ। ਸੋ ਤੁਸੀਂ ਜਿੱਦਾਂ Amazon ਤੋਂ ਸਾਰਾ ਕੁਝ ਮਿਲਦਾ, ਤੁਸੀਂ Amazon ਤੋਂ ਆਰਡਰ ਕਰ ਸਕਦੇ। ਓਕੇ ਜੀ, ਠੀਕ। ਓਕੇ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ।